ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਸਵੈਲ, ਚਰਨ ਸਿੰਘ ਸੁਖਿੰਦਰ ਧਾਲੀਵਾਲ ਐਰੀਜ਼ੋਨਾ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਮਰਦਮਸ਼ੁਮਾਰੀ ਦੇ ਨਾਲ ਜੁੜੀਆਂ ਖਬਰਾਂ ਤੋਂ। ਇਹਨਾਂ ਜਿਵੇਂ ਇਹ ਖਬਰਾਂ ਆਈਆਂ ਬਾਹਰ ਤੇ ਉਸ ਤੋਂ ਬਾਅਦ ਇੱਕ ਚਰਚਾ ਵੀ ਨਾਲੋਂ ਨਾਲ ਛਿੜ ਗਈ ਜੀ। ਦੇਖੋ ਪ੍ਰਵੀਨ ਜੀ, ਜਿਹੜੀ ਮਰਦਮਸ਼ੁਮਾਰੀ ਆ, ਜੇ ਆਪਾਂ ਦੇਖੀਏ ਤੇ 2011 ਤੋਂ ਬਾਅਦ ਮਰਦਮਸ਼ੁਮਾਰੀ ਨਹੀਂ ਹੋਈ ਇੱਥੇ ਜੀ। ਉਹਦਾ ਇੱਕ ਕਾਰਨ ਇਹ ਆ ਕਿ ਵਿੱਚ ਕਰੋਨਾ ਆ ਗਿਆ 21 ਤੋਂ ਪਹਿਲਾਂ, ਯਾਨੀ 20 ਦੇ ਵਿੱਚ। ਪਰ ਮੁੜ ਕੇ ਇਹਨਾਂ ਨੇ ਹਿਸਾਬ ਕਿਤਾਬ ਲਾ ਲਿਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਸ ਤੋਂ ਬਾਅਦ ਜਾਤ ਆਧਾਰਿਤ ਮਰਦਮਸ਼ੁਮਾਰੀ ਨੇ ਮੁੱਦਾ ਜਿਹੜਾ ਹੈ ਉਹ ਭਖਾ ਦਿੱਤਾ ਸੀ ਜੀ ਉਸ ਮੰਗ ਨੇ। ਤਾਂ ਇਹਨਾਂ ਨੂੰ ਆਇਆ ਸੀਗਾ ਕਿ ਅਸੀਂ ਕਿਤੇ ਇਲੈਕਸ਼ਨ ਤੋਂ ਪਹਿਲਾਂ ਫਸ ਨਾ ਜਾਈਏ। ਤਾਂ ਫਿਰ ਇਹ ਮਾਮਲਾ ਜਿਹੜਾ ਟਲਦਾ ਤੁਰਿਆ ਗਿਆ। ਹੁਣ 1 ਜਨਵਰੀ ਤੋਂ ਕਹਿੰਦੇ ਆ ਕਿ ਪ੍ਰਸ਼ਾਸਨਿਕ ਜੋ ਹੱਦਾਂ ਨੇ ਉਹ ਸੀਲ ਹੋ ਜਾਣਗੀਆਂ ਤੇ ਜਨਵਰੀ ਦੇ ਵਿੱਚ ਹੀ 2025 ਯਾਨੀ ਸ਼ੁਰੂਆਤ ਹੋ ਜਾਏਗੀ। ਹਾਲਾਂਕਿ ਇਹਦੇ ਵਿੱਚ ਕਿ ਜ਼ਾਤ ਆਧਾਰਿਤ ਕੋਈ ਅੰਕੜਾ, ਜਿਹੜਾ ਸਪੈਸੀਫਿਕ ਅੰਕੜਾ ਉਹ ਇਕੱਤਰ ਕੀਤਾ ਜਾਏਗਾ ਕਿ ਨਹੀਂ, ਉਹਦੇ ਤੇ ਭੰਬਲ ਭੂਸਾ ਹੈ। ਪਰ ਇਹ ਸਾਫ਼ ਹੈ ਕਿ ਮਰਦਮਸ਼ੁਮਾਰੀ ਦੀ ਤਿਆਰੀ ਆ। ਹੁਣ ਚਰਚਾ ਜਿਸ ਗੱਲ ਦੀ ਹੈ ਉਹ ਇਹ ਆ ਪ੍ਰਵੀਨ ਜੀ ਕਿ ਇਸ ਮਰਦਮਸ਼ੁਮਾਰੀ ਤੋਂ ਬਾਅਦ, ਕਿਉਂਕਿ ਜੋ ਸੰਵਿਧਾਨਕ ਸੋਧ ਹੈ ਇੰਡੀਆ ਦੀ, ਉਹਦੇ ਵਿੱਚ 2026 ਤੋਂ ਬਾਅਦ ਕਹਿ ਲਓ ਕਿ ਪੁਨਰ ਹੱਦਬੰਦੀ ਹੋਣੀ ਆ। ਪੁਨਰ ਹੱਦਬੰਦੀ ਦਾ ਮਤਲਬ ਇਹ ਆ ਕਿ ਲੋਕ ਸਭਾ ਹਲਕੇ ਜਿਹੜੇ ਆ ਉਹਨਾਂ ਦੀ ਦੁਬਾਰਾ ਹੱਦਬੰਦੀ ਹੋਏਗੀ ਵਸੋਂ ਦੇ ਹਿਸਾਬ ਨਾਲ। ਇੱਥੇ ਹੀ ਆ ਕੇ ਪੇਚ ਫਸ ਜਾਂਦਾ। ਬਿੰਦਰ ਕੀ ਦਾ ਇੱਕ ਗੀਤ ਸੀ, ਇੱਥੇ ਆ ਕੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੇ ਜੀ। ਹੁਣ ਇੱਥੇ ਆ ਕੇ ਕੀ ਹੁੰਦਾ ਹੈ ਕਿ ਜਿਵੇਂ ਸਾਊਥ ਹੈ, ਸਾਊਥ ਅੱਡ ਤੋਂ ਕਹਿ ਲਓ ਕਿ ਇਸ ਚੀਜ਼ ਤੋਂ ਬੜਾ ਅੱਕਿਆ ਪਿਆ ਜਾਂ ਕਹਿ ਲਓ ਕਿ ਤਪਿਆ ਪਿਆ। ਸਾਊਥ ਵਾਲੇ ਅੱਡ ਤੋਂ ਆ ਤੇ ਪੰਜਾਬ ਵਾਲੇ ਅੱਡ ਤੋਂ ਅਜੇ ਰੋਣਗੇ ਕਹਿ ਲਓ, ਕਿਉਂਕਿ ਹਾਲੇ ਤਾਂ ਦੇਖੋ ਇਹਨਾਂ ਦਾ ਕੰਮ ਹੈ ਜਿਹੜਾ ਕਿ ਇੱਧਰਲੇ ਪਾਸੇ ਧਿਆਨ ਨਹੀਂ ਹੈ, ਕਿਉਂਕਿ ਇੱਧਰ ਵੀ ਕੁਛ ਨਾ ਕੁਛ ਗੜਬੜ ਹੋ ਸਕਦੀ ਹੈ। ਉਹ ਕਿਵੇਂ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦਿੰਦਾ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਯੂਪੀ, ਬਿਹਾਰ, ਮੱਧ ਪ੍ਰਦੇਸ਼ ਇਤਿਆਦਿਕ ਕੁਛ ਰਾਜਾਂ ਦੇ ਕਹਿ ਲਓ ਕਿ ਪੌਂ 12, ਜਿਵੇਂ ਕਹਿੰਦੇ ਨੇ ਪੌਂ 12 3 ਗਾਣੇ ਵਾਲਾ ਹਿਸਾਬ, ਜਾਂ ਪੌਂ 12 ਤੇ ਜਾਂ 3 ਗਾਣੇ, ਫਿਰ ਪੌਂ 12 ਵਾਲਾ ਹਿਸਾਬ ਹੋ ਜਾਂਦਾ। ਕਿਉਂ? ਕਿਉਂਕਿ ਜਿਹੜੀ ਇਹ ਨਵੀਂ ਵਸੋਂ ਦੀ ਗਿਣਤੀ ਹੋਏਗੀ ਉਹ ਯਾਨੀ ਅੰਕੜਾ ਜਿਹੜਾ ਹੈ ਉਹ ਲੈ ਲਿਆ ਜਾਏਗਾ। ਹੁਣ ਦੇਖੋ ਬੜੀ ਇੱਕ ਸਿੰਪਲ ਜੀ ਗੱਲ ਹੈ ਨਾ, ਸਾਦੀ ਜੀ ਗੱਲ ਆ ਕਿ 2026 ਚ ਪੁਨਰ ਹੱਦਬੰਦੀ, ਦੁਬਾਰਾ ਹੱਦਬੰਦੀ ਹੋਣੀ ਹੈ ਲੋਕ ਸਭਾ ਹਲਕਿਆਂ ਦੀ। ਉਸ ਤੋਂ ਪਹਿਲਾਂ ਫਿਰ ਬੇਸ, ਜਿਹੜਾ ਬੇਸ ਈਅਰ ਹੋ ਗਿਆ 2026 ਤੇ ਉਸ ਤੋਂ ਪਹਿਲਾਂ ਜਿਹੜਾ ਡਾਟਾ ਬੇਸ ਹੋਏਗਾ ਉਹ ਕਿਹੜਾ ਹੋਏਗਾ 2025 ਜੀ। ਤਾਂ ਜਦ 2025 ਹੋਏਗਾ ਤਾਂ 2011 ਤੋਂ ਲੈ ਕੇ 25 ਯਾਨੀ ਇਹਨਾਂ 14 ਸਾਲਾਂ ਚ ਬਹੁਤ ਸਾਰੀਆਂ ਸਟੇਟਾਂ ਦੀ ਡੈਮੋਗ੍ਰਾਫੀ ਜਿਹੜੀ ਹੈ ਉਹ ਚੇਂਜ ਹੋ ਚੁੱਕੀ ਹੋਏਗੀ। ਡੈਮੋਗ੍ਰਾਫੀ ਅੱਡ ਤੋਂ, ਜਿਵੇਂ ਹੁਣ ਆਪਾਂ ਉਧਰ ਪੰਜਾਬ ਨੂੰ ਆ ਜਾਾਂਗੇ, ਉੱਥੇ ਮੈਂ ਤੁਹਾਨੂੰ ਦੱਸ ਦੂੰਗਾ, ਥੋੜਾ ਤੁਹਾਨੂੰ ਪਤਾ ਲੱਗ ਜਾਏਗਾ। ਗੱਲ ਇਹ ਆ ਕਿ ਸਾਊਥ ਵਾਲੇ ਜਿਹੜੇ ਆ ਉਹ ਇਸ ਗੱਲ ਤੋਂ ਰੋਹ ਦੇ ਵਿੱਚ ਆ ਕਿ ਬਈ ਅਸੀਂ ਪਰਿਵਾਰ ਨਿਯੋਜਨ ਤੇ ਪਹਿਰਾ ਦਿੱਤਾ, ਹੁਣ ਸਾਡੀਆਂ ਸੀਟਾਂ ਘਟਣਗੀਆਂ ਤੇ ਵਧਣਗੀਆਂ ਉਹਨਾਂ ਸੀਟਾਂ ਦੀ ਗਿਣਤੀ ਉਹਨਾਂ ਰਾਜਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਟੈਕਸ ਵਧੇਰੇ ਦਿੱਤਾ ਸਮਾਂ ਦੀ ਆਪਣੀ ਕਮਾਈ ਚ, ਤਾਂ ਜਿਨ੍ਹਾਂ ਨੇ
ਵਸੋਂ ਨੂੰ ਕੰਟਰੋਲ ਕੀਤਾ। ਮਤਲਬ ਸਾਫ਼ ਆ 80 ਆ ਇਸ ਵੇਲੇ ਜੇ ਆਪਾਂ ਵੇਖੀਏ ਯੂਪੀ 'ਚ, ਉਹ ਬਦਲਣ ਦੀ ਸੰਭਾਵਨਾ 100 150 ਕਿੰਨੀਆਂ ਹੁੰਦੀਆਂ ਪਤਾ ਨਹੀਂ ਆਪਾਂ ਨੂੰ, ਤਾਂ ਅੰਕੜਾ ਦੱਸੇਗਾ। ਮੱਧ ਪ੍ਰਦੇਸ਼ ਉਹ ਵੱਧ ਜਾਏਗਾ 25 ਤੋਂ ਲਾ ਲਓ, ਹੋ ਸਕਦਾ 40 ਚਲਾ ਜਾਵੇ। ਜਿਹੜਾ ਬਿਹਾਰ ਹੈ ਉਹ 40 ਤੋਂ 80 ਚਲਾ ਜਾਵੇ। ਇਸ ਤਰ੍ਹਾਂ ਮਤਲਬ ਕਿ ਉਹਨਾਂ ਦੀ ਸੰਭਾਵਨਾ ਜਿਹੜੀ ਪ੍ਰਬਲ ਆ ਕਿ ਉਹਨਾਂ ਨੇ ਸੀਟਾਂ ਦੀ ਗਿਣਤੀ ਵੱਧ ਲੈਣੀ ਆ ਜੀ। ਤਾਂ ਇਹਦਾ ਮਤਲਬ ਕਿ 3-4 ਰਾਜਾਂ ਦੇ ਵਿੱਚ ਹੀ ਜਿਹੜੀਆਂ ਸੀਟਾਂ, ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਨਵੀਂ ਸੰਸਦ ਭਵਨ ਇਮਾਰਤ ਬਣੀ ਆ ਉਹਦੇ ਵਿੱਚ ਲਗਭਗ 860 850 ਸੀਟਾਂ ਦਾ ਪ੍ਰਬੰਧ ਹੋਏਗਾ ਘੱਟੋ ਘੱਟ। ਗੂਗਲ ਕਰ ਲੈਣਾ, ਬਾਕੀ ਐਗਜ਼ੈਕਟ ਗਿਣਤੀ ਨਿਕਲ ਆਏਗੀ। ਤਾਂ ਉਹ ਇਸੇ ਦੇ ਮੱਦੇ ਨਜ਼ਰ ਸੀਗਾ ਪ੍ਰਵੀਨ ਜੀ ਸਭ ਕੁਝ। ਤਾਂ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਹੁਣ ਜੇ ਆਪਾਂ ਆ ਜਾਈਏ ਇੱਧਰ ਤੇ ਇਸ ਗੱਲ ਤੋਂ ਕਹਿ ਲਓ ਕਿ ਚਰਚਾ ਛਿੜ ਗਿਆ। ਜਿਵੇਂ ਹੀ ਇਹ ਅਖਬਾਰਾਂ ਨੇ ਖਬਰ ਲਾਈ ਕਿ ਜਨਵਰੀ ਦੇ ਵਿੱਚ ਕੰਮ ਸਟਾਰਟ ਹੋਏਗਾ, ਹੁਣ ਜਨਵਰੀ ਯਾਨੀ ਨਵੰਬਰ ਤੇ ਦਸੰਬਰ 2 ਮਹੀਨੇ ਰਹਿ ਗਏ, ਤਾਂ ਨਾਲ ਦੀ ਨਾਲ ਹੀ ਚਰਚਾ ਪੱਕ ਪਈ ਕਿ ਹੋ ਸਕਦਾ ਸਾਊਥ ਦੇ ਵਿੱਚੋਂ ਅੰਦੋਲਨ ਸਟਾਰਟ ਹੋ ਜਾਵੇ, ਵਿਰੋਧ ਸਟਾਰਟ ਹੋ ਜਾਵੇ। ਇੱਧਰ ਪੰਜਾਬ ਦੇ ਲਿਹਾਜ਼ ਨਾਲ ਜੇ ਦੇਖੋਗੇ ਤਾਂ ਇੱਥੇ ਵੀ ਅਗਾਂਹ ਜਾ ਕੇ ਕੁਝ ਚੀਜ਼ਾਂ ਤੁਹਾਨੂੰ ਬੜੀਆਂ ਅਜੀਬ ਦਿਖਾਈ ਦੇਣਗੀਆਂ। ਮਸਲਾ ਕਿ ਹੋ ਸਕਦਾ ਕਿ 13 ਤੋਂ 17 ਸੀਟਾਂ ਹੋ ਜਾਣ, ਪਰ ਉਹ 17 ਸੀਟਾਂ ਦੇ ਵਿੱਚ ਡੈਮੋਗ੍ਰਾਫੀ ਡੈਫੀਨਿਟਲੀ ਚੇਂਜ ਹੋਏਗੀ ਥੋੜੀ। ਕਿਉਂ? ਕਿਉਂਕਿ 11 ਤੋਂ ਬਾਅਦ ਬਹੁਤ ਤੇਜ਼ੀ ਦੇ ਨਾਲ ਸਾਡੀ ਮਾਈਗ੍ਰੇਸ਼ਨ ਵਧੀ ਆ ਜਰਨਲ ਵਰਗ ਦੀ ਪਰਿਵਾਰ ਤੇਜ਼ੀ ਨਾਲ ਗਏ। ਹੁਣ ਆਪਾਂ ਲਾ ਲਓ 12 ਤੋਂ 13 ਤੋਂ ਵੀ ਲਾ ਲਓ ਚੱਲਦਾ ਕੰਮ ਸਟਾਰਟ ਤੇ 24 ਤੱਕ ਚੱਲਿਆ 11-12 ਸਾਲ ਕਿ ਜਦੋਂ ਯੰਗ ਜਨਰੇਸ਼ਨ ਬਹੁਤ ਤੇਜ਼ੀ ਨਾਲ ਨਿਕਲੀ। ਔਰ ਜ਼ਿਆਦਾਤਰ ਕਿਹੜੀ ਸੀ? ਜਰਨਲ ਵਰਗ ਚ, ਜ਼ਿਆਦਾਤਰ ਜੱਟਾਂ ਸਿੱਖਾਂ ਚ। ਤਾਂ ਹੁਣ ਸੀਟਾਂ ਜੇ ਵੱਧਦੀਆਂ ਵਸੋਂ ਦੇ ਲਿਹਾਜ਼ ਨਾਲ, ਐਸੀ ਵਸੋਂ ਵੀ ਸਾਡੇ ਪੰਜਾਬ ਦੀ ਤਾਂ ਬਹੁਤ ਕਹਿ ਲਓ ਕਿ ਸੰਤੁਲਿਤ ਹੈ ਨਾ ਹੁਣ ਇਸ ਟਾਈਮ। ਤਾਂ ਫਿਰ ਉਹ ਜਿਹੜੀ ਵਸੋਂ ਵਧੇਗੀ ਉਹ ਕੌਣ ਹੈ? ਬਿਲਕੁਲ ਉਹ ਕਿਹੜੀ ਹੈ? ਸੋ ਇਸ ਕਰਕੇ ਇੱਥੇ ਵੀ ਇੰਟਰਸਟਿੰਗ ਹੋ ਜਾਏਗੀ ਡੈਮੋਗ੍ਰਾਫੀ ਸਰ। ਸੋ ਇਹ ਕਹਿ ਲਓ ਕਿ ਜਿਵੇਂ ਮਰਦਮਸ਼ੁਮਾਰੀ ਦਾ ਅੰਕੜਾ ਚੱਲਿਆ ਤਾਂ ਉਹ ਨਾਲ ਦੀ ਨਾਲ ਚਰਚਾ ਜਿਹੜੀ ਦਬੀ ਪਈ ਸੀ ਕਿ 2026 ਦੇ ਵਿੱਚ ਸਭ ਕੁਝ ਹੋਏਗਾ, ਉਹ ਇੱਕ ਵਾਰੀ ਫਿਰ ਚਾਲੂ ਹੋ ਜਾਏਗੀ। ਜੀ ਬਿਲਕੁਲ ਬਿਲਕੁਲ। ਤੇ ਗੱਲ ਕਰੀਏ ਸਿਆਸਤ ਵੱਲ ਨੂੰ ਆਈਏ ਮਿੰਟੂ ਜੀ, ਗੁਰਦੀਪ ਬਾਠ ਦੀ, ਉਹਨਾਂ ਨੇ ਆਜ਼ਾਦ ਇਲੈਕਸ਼ਨ ਲੜਨ ਦੀ ਗੱਲ ਕੀਤੀ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਸੁਣਿਆ ਬਰਖਾਸਤ ਕਰਤੇ, ਤੇ ਨਾਲ ਹੀ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਇਸ ਤੋਂ ਪਹਿਲਾਂ ਹੀ ਪਾਰਟੀ ਛੱਡੀ ਆ, ਤੁਸੀਂ ਕਿਹਨੂੰ ਬਰਖਾਸਤ ਕਰੀ ਜਾਂਦੇ? ਉਹ ਦੇਖੋ ਖਾਨਾ ਪੂਰਤੀਆਂ ਹੁੰਦੀਆਂ ਨੇ ਨਾ। ਤੁਸੀਂ ਇਹ ਦੇਖੋ ਇਸ ਲੈਟਰ ਨੂੰ ਗੌਰ ਨਾਲ ਦੇਖੋ, ਉਹਨਾਂ ਦਾ ਨਾਂ ਹੀ ਨਹੀਂ ਠੀਕ ਲਿਖਿਆ ਇਹਨਾਂ ਨੇ। ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਜਿਹੜੀ ਟਾਈਪਿੰਗ ਹੈ ਸ਼ਾਇਦ ਉਹ ਵੀ ਜਾਂ ਤਾਂ ਟਰਾਂਸਲੇਟ ਕਰਕੇ ਲਿਖੀ ਜਾਂਦੀ ਹੈ, ਪੰਜਾਬੀ ਗੂਗਲ ਟਰਾਂਸਲੇਸ਼ਨ ਚੱਲਦੀ ਹੈ ਅੱਜ ਕੱਲ੍ਹ, ਤੇ ਜਾਂ ਦਿੱਲੀ ਵਾਲੀ ਕੋਈ ਟਾਈਪ ਕਰੀ ਜਾਂਦਾ ਉੱਥੇ ਬੈਠਾ ਕੋਈ। ਜੀ। ਹੁਣ ਦੂਜੀ ਗੱਲ ਇਹ ਕਿ ਦੇਖੋ ਇਹ ਰਸਮ ਪੂਰਤੀ ਹੁੰਦੀ ਆ ਪਾਰਟੀ ਚੋਂ ਐਕਸਪੈਲ ਤੇ ਫਿਰ ਉਹਨਾਂ ਨੇ ਕਰਨਾ ਹੀ ਆ। ਪਰ ਇਹ ਆ ਕਿ ਉੱਥੇ ਗੁਰਦੀਪ ਬਾਠ ਨੇ ਇਹਨਾਂ ਨੂੰ ਉਲਝਾ ਚੰਗਾ ਲਿਆ। ਤੁਸੀਂ ਇਹ ਦੇਖੋ ਨਾ ਕਿ ਗੁਰਦੀਪ ਬਾਠ ਨੂੰ ਹੁਣ ਦੀ ਤਾਰੀਖ ਤੱਕ, ਜੇ ਅੱਜ ਦੀ ਤਾਰੀਖ ਤੱਕ ਕਹਾਂ, ਕਿਉਂਕਿ ਕਾਲਾ ਢਿੱਲੋਂ ਕਾਂਗਰਸ ਦਾ ਕੈਂਡੀਡੇਟ ਅੱਛਾ ਸੀਗਾ, ਪਰੰਤੂ ਉੱਥੇ ਮਾਰ ਪੈ ਰਹੀ ਆ ਆਪਸੀ ਇਤਫਾਕ ਦੀ ਇਹਨਾਂ ਦੀ। ਜੀ ਕਿਉਂਕਿ ਜਿਹੜੇ ਦੂਜੇ ਕਾਂਗਰਸੀ ਸੀਗੇ, ਆਸਵੰਦ ਸੀਗੇ, ਟਿਕਟ ਪ੍ਰਤੀ ਜਿਹੜੇ ਜ਼ੋਰ ਲਾ ਰਹੇ ਸੀਗੇ ਕਿ ਟਿਕਟ ਮਿਲ ਜਾਵੇ, ਜੋ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰਿਆ, ਹੁਣ ਉਹ ਤੁਰੰਤ ਤੋਂ ਥੋੜੇ ਜਿਹੇ ਆਨਾਕਾਨੀ ਕਰਨ ਦੇ ਰੌਂਚ ਆ। ਹੁਣ ਦੂਜੇ ਪਾਸੇ ਜੇ ਦੇਖੀਏ, ਦੂਸਰੇ ਇੱਕ ਢਿੱਲੋਂ ਉੱਥੇ ਹੋਰ ਨੇ, ਕੇਵਲ ਢਿੱਲੋਂ, ਉਹ ਹਾਲੇ ਪਿੰਡਾਂ 'ਚ ਨਹੀਂ ਆਏ, ਸ਼ਹਿਰਾਂ ਸ਼ੂਰਾਂ 'ਚ ਉਹਨਾਂ ਦੀ ਕੰਪੇਨ ਚੱਲ ਰਹੀ। ਸੋ ਢਿੱਲੋਂ ਦੋਵੇਂ ਥੋੜੇ ਢਿੱਲੇ ਨਜ਼ਰ ਆ ਰਹੇ, ਪਰ ਇੱਧਰ ਬਾਠ ਕੇ ਠਾਠ ਪੂਰੇਗਾ। ਕਿਉਂ? ਕਿਉਂਕਿ ਦੇਖੋ ਅਕਾਲੀ ਵੋਟ ਵੀ ਹੈਗੀ ਹੈ ਨਾ, ਕੰਤਾ ਉੱਥੇ ਚੰਗਾ ਹੋਲਡ ਰੱਖਦੇ ਆ। ਕਹਿੰਦੇ ਕਿ ਬੀਤੇ ਦਿਨੀ ਮੀਟਿੰਗ ਕੋਈ ਆ ਜੀ, ਤੇ ਅਕਾਲੀ ਦਲ ਦਾ ਸੁਨੇਹਾ ਜਿਹੜਾ ਹੈ ਉਹ ਇਹੀ ਹੈ ਕਿ ਭਾਈ ਇਸ ਵਾਰ ਆਜ਼ਾਦ ਹੋ ਜਾਵੇ। ਮਤਲਬ ਉਹਨਾਂ ਦਾ ਇਹ ਆ। ਤੇ ਦੂਜੇ ਪਾਸੇ ਇੱਕ ਚੀਜ਼ ਤੁਸੀਂ ਹੋਰ ਦੇਖੋ ਕਿ ਜਿਸ ਦਿਨ ਗੁਰਦੀਪ ਬਾਠ ਨੇ ਕਾਗਜ਼ ਭਰਨੇ ਸੀ ਕਿਸਾਨ, ਇਹਨਾਂ ਦੇ ਨਾਲ ਇੱਕ ਸ਼ਖਸ ਬੈਠਾ ਸੀਗਾ ਸਰੋਂ ਫੁੱਲੀ ਪੱਗ, ਉਹ ਕੌਣ ਸੀ? ਉਹ ਸੀਗਾ ਮਾਨ ਸਾਹਿਬ ਦਾ ਬਹੁਤ ਕਰੀਬੀ, ਇਸੇ ਜ਼ਿਲ੍ਹੇ ਚ ਜੀ, ਸੰਗਰੂਰ ਏਰੀਏ ਚ ਕਹਿ ਲਓ ਕਿ ਉੱਥੇ ਇੱਕ ਸ਼ਖਸ ਬੈਠਦਾ ਆ ਕੇ ਕਾਗਜ਼,
ਲੋਕ ਕਹਿੰਦੇ ਆ ਕਿ ਮਨਾਉਣ ਆਏ ਆ, ਕੁਝ ਲੋਕ ਕਹਿੰਦੇ ਕਿ ਨਹੀਂ, ਮਾਨ ਮਨਵਲ ਤੇ ਐਵੇਂ ਕਹ ਲੋ ਕਿ ਉਤਲੀਆਂ ਜੀ ਸਹੀ ਰਸਮ ਪੂਰਤੀ ਦੀਆਂ ਗੱਲਾਂ ਨੇ। ਅਸਲ ਦੇ ਵਿੱਚ ਉਹ ਮਨਾਉਣ ਨਹੀਂ, ਧੱਕਾ ਲਾਉਣ ਆਏ ਸੀ ਕਿ ਚੱਲ ਵੀ ਮਿੱਤਰਾ ਖਿੱਚਦੇ ਮਨਾਉਣ ਨਹੀਂ, ਬਾਜ਼ੀ ਹਰਾਉਣ। ਇਹ ਚੀਜ਼ਾਂ ਹਾਂ ਜੀ ਜੀ ਉਹ ਕਹਿੰਦੇ ਕਿ ਬਈ ਹੁਣ ਉੱਥੇ ਤੁਸੀਂ ਇੱਕ ਚੀਜ਼ ਹੋਰ ਦੇਖ ਰਹੇ ਹੋ ਕਿ ਧਾਲੀਵਾਲ ਸਾਹਿਬ ਤੇ ਐਕਟਿਵ ਹੋ ਗਏ ਨੇ, ਪਰ ਉਹਨਾਂ ਦੇ ਲੰਗੋਟੀਆ ਯਾਰ ਜਿਨ੍ਹਾਂ ਦੀ ਵਫਾਦਾਰੀ ਦਾ ਉਹਨਾਂ ਨੂੰ ਕਹਿ ਲਓ ਕਿ ਪਾਰਟੀ ਨੇ ਮੁੱਲ ਪਾ ਕੇ ਭੇਜਿਆ, ਸਭ ਮੀਂਹ ਤੇ ਹੈ ਤੇ ਮੰਜੇ ਤੇ ਪਏ ਨੇ ਜੀ, ਮੰਜੇ ਉੱਤੇ ਯਾਰ ਬਿਮਾਰ ਪਿਆ। ਤਾਂ ਹੁਣ ਗੱਲ ਇਹ ਆ ਕਿ ਹਾਲੇ ਚਲੋ ਕੰਪੇਨ ਜਿਹੜਾ ਉਹ ਮਗਨਾ ਹੈ, ਭਖਣਾ ਹੈ, ਫਿਰ ਪਤਾ ਲੱਗੇਗਾ ਕੌਣ ਕਿੱਥੋਂ ਕੁ ਤੱਕ ਜਾਂਦਾ ਹੈ। ਪਰੰਤੂ ਇਸ ਵੇਲੇ ਵਾਟ ਨੂੰ ਵੱਡੇ ਪਿੰਡਾਂ 'ਚ, ਕਿਉਂਕਿ ਉੱਥੇ ਪਿੰਡ ਬਹੁਤ ਵੱਡੇ ਨੇ ਸਰ, ਬਹੁਤ ਵੱਡੇ ਪਿੰਡ ਨੇ। ਬਰਨਾਲਾ 'ਚ ਕੁਝ ਪਿੰਡ ਨਾ ਪ੍ਰਵੀਨ ਜੀ ਬਹੁਤ ਵੱਡੀ ਵੋਟ ਰੱਖਦੇ, ਜਿੱਦਾਂ ਕੋਈ 6,000 7,000 ਇਸ ਤਰ੍ਹਾਂ ਦੀ ਵੋਟ ਰੱਖਦੇ। ਵੱਡੇ ਪਿੰਡਾਂ 'ਚੋਂ ਜਿਹੜਾ ਹੁੰਗਾਰਾ ਮਿਲ ਰਿਹਾ ਹੈ ਨਾ, ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵਾਸਤੇ ਸੰਕੇਤ ਹੈ ਕਿ ਪਿੰਡੀਆਂ 'ਚ ਪਾਣੀ ਨਾ ਪੈ ਜੇ ਸਾਹਿਬ ਜੀ। ਇਸ ਕਰਕੇ ਆਮ ਆਦਮੀ ਪਾਰਟੀ ਹੁਣ ਇੰਨੀ ਕੋਈ ਸਖਤੀ ਕਰਕੇ ਨਿਕਲੇਗੀ, ਨਿਤਰੇਗੀ ਕਿ ਆਪਣਾ ਕੈਡਰ ਬਚਾਈਏ ਜਿੰਨਾ ਬਚਾਇਆ ਜਾ ਸਕੇ ਜੀ। ਬਿਲਕੁਲ, ਜਦੋਂ ਤੁਸੀਂ ਇਹਦੇ ਉੱਤੇ ਚਰਚਾ ਕਰ ਰਹੇ ਸੀ ਨਾ ਮਿੰਟੂ ਜੀ, ਮੈਨੂੰ ਇਹ ਗੱਲ ਯਾਦ ਆ ਗਈ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੱਸਦੇ ਹੁੰਦੇ ਸੀਗੇ, ਉਹ ਕਹਿੰਦੇ ਵੀ ਇੱਕ ਵਾਰੀ ਦਰਬਾਰਾ ਸਿੰਘ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟ ਦੇ ਦਿੱਤੀ ਤੇ ਉਹਨਾਂ ਨੇ ਜਦੋਂ ਕੰਪੇਨ ਸ਼ੁਰੂ ਕਰਨੀ ਸੀ ਤੇ ਜੇਬਾਂ 'ਚ ਹੱਥ ਪਾ ਕੇ, ਵੈਸੇ ਤੰਜ਼ ਦੇ ਤੌਰ ਤੇ, ਫੋਟੋ ਤਾਂ ਅਜੇ ਤੱਕ ਕਿਸੇ ਨੇ ਦੇਖੀ ਨਹੀਂ, ਉਹ ਕਹਿੰਦੇ ਵੀ ਉਹਨੇ ਜੇਬਾਂ 'ਚ ਹੱਥ ਪਾ ਕੇ ਫੋਟੋ ਖਿਚਾ ਲਈ ਵੀ ਮੈਨੂੰ ਵੋਟ ਦਿਓ। ਲੋਕ ਕਹਿੰਦੇ ਬਸ ਇਹਦੀਆਂ ਜੇਬਾਂ 'ਚੋਂ ਹੱਥ ਹੀ ਕਢਾਉਣੇ, ਤੇ ਲੋਕਾਂ ਨੇ ਸਦੀਕ ਜਿਤਾਤਾ। ਉਹ ਮਤਲਬ ਸਟਾਇਰ ਦੇ ਤੌਰ ਤੇ ਉਹ ਕਹਿੰਦੇ ਹੁੰਦੇ ਸੀ। ਐਤਕੀ ਸੋਸ਼ਲ ਮੀਡੀਆ ਤੇ ਜਿਹੜਾ ਸਟਾਇਰ ਚੱਲ ਰਿਹਾ, ਉਹ ਕਹਿੰਦੇ ਬਰਨਾਲੇ ਚਾਹ ਨਾਲ ਆਂਡਾ ਬਰਨਾਲੇ ਦੇਣਾ ਐਤਕੀ। ਮਤਲਬ ਹੋਣਾ ਕਰਨਾ ਪਤਾ ਨਹੀਂ ਕੀ ਹੈ, ਪਰ ਜਿਹੜੀ ਗੱਲ ਤੁਸੀਂ ਕਰਦੇ ਹੁੰਦੇ ਸੀ, ਲੋਕਾਂ ਨੂੰ ਟੀਚਰਾਂ ਕਰਦੇ ਹੁੰਦੇ ਸੀ, ਉਹ ਟੀਚਰਾਂ ਅੱਜ ਤੁਹਾਨੂੰ ਹੋ ਰਹੀਆਂ ਨੇ। ਹਾਂ ਬਿਲਕੁਲ ਐਸਾ ਹੀ ਹੈ ਕਿ ਜਦੋਂ ਤੁਸੀਂ ਹੱਦੋਂ ਜ਼ਿਆਦਾ ਕਹਿ ਲਓ ਕਿ ਹੌਲੇ ਦਰਜੇ ਦੀ ਰਾਜਨੀਤੀ ਦਾ ਵਿਖਾਵਾ ਕਰੋਗੇ ਨਾ ਪ੍ਰਵੀਨ ਜੀ, ਤੁਸੀਂ ਕੁਝ ਸਮੇਂ ਵਾਸਤੇ ਮਤਲਬ ਕਿ ਛੋਟੀ ਉਮਰ ਦੇ ਜਿਹੜੇ ਯੰਗ ਮੁੰਡੇ ਨੇ ਉਹਨਾਂ ਨੂੰ ਲਾ ਸਕਦੇ ਹੋ ਨਾਲ, ਤੁਸੀਂ ਮਤਲਬ ਕਿ ਕੁਝ ਹੱਦ ਤੱਕ ਕਰਾਊਡ ਪੁੱਲਰ ਸਾਬਤ ਹੋ ਸਕਦੇ ਹੋ। ਪਰ ਜਦ ਤੁਸੀਂ ਜ਼ਿੰਮੇਵਾਰੀਆਂ ਦੇ ਦੇਖੋ ਸਰ, ਮੈਂ ਕੀ ਕਹਿਣਾ ਨਾ ਕਿ ਛੜਾ ਬੰਦਾ ਬਹੁਤ ਟੀਚਰਾਂ ਕਰਦਾ ਹੁੰਦਾ ਆਪਦੇ ਯਾਰਾਂ ਨੂੰ ਕਿ ਤੁਸੀਂ ਤੇ ਜਨਾਨੀਆਂ ਥੱਲੇ ਲੱਗੇ ਜੇ, ਓਏ ਤੁਹਾਨੂੰ ਤੇ ਦੱਬ ਲਿਆ ਕਬੀਲਦਾਰੀ ਨੂੰ, ਫਲਾ ਜਦੋਂ ਆਪ ਛੜਾ ਵਿਆਹਿਆ ਜਾਂਦਾ ਨਾ ਸਰ ਜੀ ਤੇ ਫਿਰ ਮੋਟਰਸਾਈਕਲ ਤੇ ਪਿੱਛੇ ਉਹ ਬੈਠੀ ਹੋਵੇ, ਉਹ ਪਿੱਛੇ ਝਾਕਦਾ ਨਹੀਂ ਟੇਢਾ ਜਿਹਾ ਯਾਰਾਂ ਵੱਲ, ਉਹ ਬਹਿ ਕੇ ਨਿਕਲ ਜਾਂਦਾ ਸੀ ਜੀ। ਤਾਂ ਮਤਲਬ ਇਹ ਆ ਕਿ ਜਦੋਂ ਕਬੀਲਦਾਰੀ ਪੈਂਦੀ ਹੈ ਨਾ, ਫਿਰ ਪਤਾ ਲੱਗਦਾ। ਉਹ ਇਹਨਾਂ ਨੇ ਉਹ ਪਹਿਲੋਂ ਕਿ ਛੜਿਆਂ ਵਾਲਾ ਨਜ਼ਾਰਾ ਦੇਖਿਆ ਸੀ, ਹੁਣ ਜਦ ਵਿਆਹੇ ਗਏ ਨੇ ਤਾਂ ਹੁਣ ਕਿਹੜੇ ਭਾਅ ਤੁੱਲਦੀ ਹੈ। ਤਾਂ ਹੁਣ ਉਹ ਜੁਮਲੇ ਨਹੀਂ ਸੁਣਾ ਕੇ ਤੁਸੀਂ ਸਾਧ ਸਕਦੇ, ਹੁਣ ਤਾਂ ਅਗਲਾ ਕਹਿੰਦਾ ਹੈ ਕਿ ਤੁਸੀਂ ਸਾਧ ਕੀਤਾ ਕਿਉਂ ਨਹੀਂ। ਤਾਂ ਹੁਣ ਉਹ ਰੁੱਤ ਗਈ ਚੱਲੀ, ਹੁਣ ਉਹ ਮਾਂ ਮਰ ਕੇ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ, ਹੁਣ ਤਾਂ ਤੁਸੀਂ ਕਰੋਗੇ ਤਾਂ ਆਪਣੇ ਈਵੀਐਮ ਚੋਂ ਕੁਝ ਸਮਾਨ ਲੱਭ ਸਕਦੇ ਹੋ, ਅਦਰਵਾਈਜ਼ ਤਾਂ ਜਿਵੇਂ ਰਿਜੈਕਟ ਸਮਾਨ ਕਿਸੇ ਕੋਨੇ 'ਚ ਪਿਆ ਹੁੰਦਾ। ਆ ਦੇਖ ਲਓ ਅਮਰਿੰਦਰ ਸਿੰਘ ਕਹਿੰਦਾ ਕੋਈ ਸਲਾਹ ਸਲੂਹ ਹੀ ਲੈ ਲਿਆ, ਬਿੱਲ ਤੇ ਕਿਸੇ ਨੇ ਲੈਣਾ ਕੀ ਹੈ ਤਾਂ ਪਾਕਿਸਤਾਨ ਕਿਹਾ ਜਾ ਸਕਦਾ ਜੀ। ਝੋਨੇ ਦੀ ਖਰੀਦ ਤੇ ਹੁਣ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ ਜੀ, ਹੋਈ ਹੈ ਸੌਰੀ ਮਾਫ ਕਰਨਾ। ਹਾਂਜੀ ਦੇਖੋ ਸੁਣਵਾਈ ਹੋ ਗਈ ਆ ਹਾਈ ਕੋਰਟ ਦੇ ਵਿੱਚ ਜਾ ਕੇ। ਕੇਂਦਰ ਸਰਕਾਰ ਨੇ ਇਹ ਜਵਾਬ ਦਾਖਲ ਕੀਤਾ ਕਿ ਸਾਡੀ 31 ਨੂੰ ਦੋਵਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਉਮੀਦ ਹੈ ਕਿ ਸਭ ਅੱਛਾ ਹੋ ਜਾਏਗਾ। ਯਾਨੀ 31 ਅੱਜ 29 ਦਾ ਦਿਨ ਲੰਘ ਗਿਆ, ਕੱਲ ਦਾ ਦਿਨ ਰਹਿ ਗਿਆ, ਪਰਸੋਂ ਇੱਕ ਮੀਟਿੰਗ ਹੋਏਗੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਦਰਮਿਆਨ। ਉਸ ਤੋਂ ਬਾਅਦ ਫਿਰ ਕੋਈ ਉਮੀਦ ਕੀਤੀ ਜਾ ਸਕਦੀ, ਕਿਉਂਕਿ ਹਾਈ ਕੋਰਟ ਨੇ ਨੋਟਿਸ ਕੱਢਿਆ ਸੀ। ਹਾਲਾਂਕਿ ਮੇਰੀ ਸੰਭਾਲਾ 'ਚ ਪਹਿਲਾ ਮੌਕਾ ਹੈ ਕਿ ਜਦੋਂ ਖਰੀਦ ਨਾਲ ਜੁੜਿਆ ਕੋਈ ਮਾਮਲਾ ਹਾਈ ਕੋਰਟ 'ਚ, ਹਾਲਾਂਕਿ ਹੋ ਸਕਦਾ ਕੋਈ ਕੋਰਟ 'ਚ ਗਿਆ ਹੋਵੇ, ਮੇਰੀ ਨਜ਼ਰ ਦੇ ਵਿੱਚ ਨਹੀਂ ਹੈਗਾ। ਤਾਂ ਮੈਂ ਪਹਿਲੀ ਵਾਰੀ ਦੇਖ ਰਿਹਾ ਕਿ ਹਾਈ ਕੋਰਟ ਇਹਦੇ 'ਚ ਸੁਣਵਾਈ ਕਰ ਰਿਹਾ ਸੀ। ਤਾਂ ਹਾਈ ਕੋਰਟ ਨੇ ਸਾਫ਼ ਕਹਿ ਦਿੱਤਾ ਹੈ ਕਿ ਬਈ ਇਹਦਾ ਨਿਬੇੜਾ ਕਰੋ, ਕਿਸਾਨ ਦੀ ਫਸਲ ਬਹੁਤ ਅਹਿਮੀਅਤ ਰੱਖਦੀ ਹੈ, ਉਹਦੇ ਵਾਸਤੇ ਐਸਾ ਨਹੀਂ ਹੋਣਾ ਚਾਹੀਦਾ। ਤਾਂ ਹੁਣ ਇਹਦਾ ਮਤਲਬ ਹੈ ਕਿ 31 ਨੂੰ ਜਦ ਇਹ ਦੋਵੇਂ ਬੈਠਣਗੇ, ਉਸ ਤੋਂ ਬਾਅਦ ਹੋ ਸਕਦਾ ਕਿ ਕੁਛ ਤੇਜ਼ੀ ਜਿਹੜੀ ਹੈ ਦਿਖਾਈ ਦੇਵੇ। ਹਾਲਾਂਕਿ ਤੇਜ਼ੀ ਥੋੜੀ ਆਈ ਜ਼ਰੂਰ ਆ, ਕੱਲ ਵੀ ਆਪਾਂ ਗੱਲ ਕਰਦੇ ਸਾਂ, ਪਰ ਉਸ ਪੱਧਰ ਤੇ ਨਹੀਂ। ਮੇਰਾ ਆਪਣਾ
कह लो कि असैसमेंट है प्रवीण जी 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 कि जे इस रफ्तार नाल जाए अज तो थोड़ा जिहा तेज भी हो जाए तद भी मंडियां च सर मैनू लगदा कि 15 तो 21-22 दिन का काम हाले नहीं चलेगा। ये बहुत लंबा प्रोसेस चल जी जी यानी एक्स्ट्रा लगभग 1 महीना होर लग जाएगा। यानी जिहड़ी प्रोक्योरमेंट तकरीबन कह लो कि नवंबर 5-10 तक डन हो जाती सी, वो लगभग 20-25 तक ते घट्टो घट जाती लगती है। दूजी कि उदों तक बिहाई की काली पै जानी। फिर हुण काले ते लोग देखो जिहड़ा 10 दिन बैठा फिर उतों हुण मौसम भी बदल रहा ना, ते जी नाल रातां नूं बहुत त्रेल पैनी स्टार्ट हो गई। मॉइस्चर दा अड्ड तो पंगा, किस्मां दा अड्ड तो पंगा है, काट दा अड्ड तो पंगा है साहब। 10% तक काट भी कहते कि मंगी जा रही है। ये बहुत बड़ा मसला बनया पिया। काट दित्ती भी हस के जा रही है। लोग कहते हैं कि किसी तरीके दे नाल ये सारा कुछ जिहड़ा है वो एक बारी इत्थों साडे गलों लवे। तां हुण इहो ही मसला कि इस बारी तां जिहड़ा कह लो कि साडा खेड खिलरना सी, वो खिलर गया। पर जे ये 2-3 साल 4 साल मतलब कि सूत ना आया मुड़ तां तुसीं देखो कि साडी भी APMC दा हाल जिहड़ा है ना सर, वो बिहार वाली हो जाए। जिथे किसी का सूत लगेगा उत्थे बेच देगा साहब। तो मतलब कि MSP तो टुटवा रेट मिल रहा है किसानों को। किसान कुछ जिहड़े आ वो हੱਸ के भी दे रहे, चका रहे, उन्होंने घरों भी चुक्या जा रहा। सो गल यह है कि ये सारा कुछ इदा ही है। 8-10 दिन 12 दिन बाद शायद हो सकता है कि जिहड़े किसान है फटफूट तो बच जाए, पर 8-10 दिन जिन्ना चिर ताड़ मेरा मनना कि उदों तक ये सारा कुछ चलेगा प्रवीण जी। ਤਾਂ ਸਾਰਾ ਇਹ ਜਿਹੜਾ ਸਿਸਟਮ ਇਸ ਵੇਲੇ ਉਲਝਿਆ, ਉਸ ਉਲਝਾਅ ਵਾਸਤੇ ਦੋ ਹੀ ਧਿਰਾਂ ਜ਼ਿੰਮੇਵਾਰ ਆ। ਇੱਕ ਇੱਥੋਂ ਦੀ ਪੰਜਾਬ ਸਰਕਾਰ, ਦੂਸਰੀ ਉੱਥੋਂ ਦੀ। ਹੁਣ ਤੁਸੀਂ ਦੇਖੋ ਨਾ ਕਿ ਕੁਝ ਇਹਨਾਂ ਨੇ ਐਗਰੀਮੈਂਟ ਕਰਵਾਏ ਨੇ। ਜੀ ਜੀ ਐਗਰੀਮੈਂਟ ਕਰਵਾਏ ਆ ਸ਼ੈਲਰ ਮਾਲਕਾਂ ਦੇ। ਐਗਰੀਮੈਂਟ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਮੰਨ ਲਓ ਕਿਸੇ ਕੋਲ 150 ਦੀ ਕਪੈਸਿਟੀ, ਉਹਨੇ ਕਿਹਾ ਕਿ ਜੀ ਮੈਂ 50 ਲਵਾ ਲੈਣਾ। ਇਹਨਾਂ ਐਗਰੀਮੈਂਟ ਕਰ ਲਿਆ। ਹੁਣ ਇਹ ਖੇਡ ਸਕਦੇ ਆ ਕਿ ਉਹ ਜਿਹੜੀ 100 ਦੀ ਕਪੈਸਿਟੀ ਬਕਾਇਆ ਉੱਥੇ ਆਪਦਾ ਝੋਨਾ ਲਵਾ ਦੇਣਗੇ, ਆਪਦੀਆਂ ਏਜੰਸੀਆਂ ਵੱਲੋਂ। ਤੇ ਫਿਰ ਕੀ ਕਰਨਗੇ ਕਿ ਇਹ ਕਹਿਣਗੇ ਕਿ ਪਹਿਲਾਂ ਸਾਡਾ ਝੋਨਾ ਤੁਸੀਂ ਜਿਹੜਾ ਨਾ ਉਹ ਮਿਲਿੰਗ ਕਰਕੇ ਦਿਓ, ਚੌਲ ਬਣਾ ਕੇ ਦਿਓ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਕਿਤੇ ਨਾ ਕਿਤੇ ਖਦਸ਼ਾ ਪ੍ਰਗਟਾਉਂਦੀਆਂ ਨੇ ਕਿ ਘਰੌਂਦਾ ਹਰਿਆਣੇ ਦੇ ਵਿੱਚ ਆ। ਜੀ ਜੀ ਉੱਥੇ ਸਰ ਉੱਥੇ ਬਹੁਤ ਤਗੜੀ ਮਿਲਿੰਗ ਇੰਡਸਟਰੀ ਲੈ ਕੇ ਆਇਆ ਅਡਾਨੀ। ਅੱਛਾ ਹਾਂਜੀ, ਜਿਹਦੀ ਕਪੈਸਿਟੀ 1 ਘੰਟੇ ਚ ਸ਼ਾਇਦ 150 ਟਨ ਝੋਨਾ ਪੀੜ ਕੇ ਚੌਲ ਬਣਾਉਣ ਦੀ ਹੈ। ਤਾਂ ਤੁਸੀਂ ਸੋਚ ਕੇ ਦੇਖੋ ਸਰ ਕੀ ਹੋ ਰਿਹਾ ਹੈ। ਪਰ ਬਦਕਿਸਮਤੀ ਹੈ ਕਿ ਇੱਥੇ ਮੈਂ ਅੱਗੇ ਵੀ ਕਹਿ ਰਿਹਾ, ਵਾਰ-ਵਾਰ ਕਹਿ ਰਿਹਾ ਕਿ ਜਿਹੜੇ ਸਟੇਕ ਹੋਲਡਰ ਸੀ ਉਲਟਾ ਉਹਨਾਂ ਨੂੰ ਲੜਾਇਆ ਜਾ ਰਿਹਾ। ਉਹ ਇੱਕ ਦੇ ਢਿੱਡ ਨੂੰ ਢਿੱਡ ਖਾ ਰਿਹਾ ਸੀ। ਹਾਕਮ ਵੀ ਬਿਲਕੁਲ ਕਹਿ ਲੋ ਕਿ ਬਿਸ਼ਰ ਨਾਗ ਨਹੀਂ ਤਾਂ ਡੰਗ ਮਾਰ ਰਿਹਾ। ਸੋ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਬਹੁਤ ਆਉਣ ਵਾਲਾ ਜਿਹੜਾ ਭਵਿੱਖ ਆ ਉਸਨੂੰ ਧੁੰਦਲਾ ਕਰਕੇ ਦਿਖਾ ਰਿਹਾ था ਕਿ ਭਵਿੱਖ ਜਿਹੜਾ ਹੈ ਉਹ ਸਾਡਾ ਧੁੰਦਲਾ ਹੋ ਸਕਦਾ, ਖਾਸ ਤੌਰ ਤੇ ਜਦੋਂ ਤੱਕ ਇਹ ਫਸਲੀ ਚੱਕਰ ਹੈ, ਜਦੋਂ ਤੱਕ ਇਹ ਫਸਲੀ ਚੱਕਰ ਹੈ। ਹੋਰ ਸਾਡੇ ਕੋਲ ਕੋਈ ਬਦਲ ਹੀ ਨਹੀਂ। ਤੇ ਜੇ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਤੇਜ਼ੀ ਨਾਲ, ਸਾਡੇ ਸ਼ੈਲਰ ਇੰਡਸਟਰੀ ਜਿਹੜੀ ਹੈ ਉਹ ਤਾਂ ਤਿਆਰ ਨੇ ਸਰ। ਮੈਂ ਕੱਲ ਵੀ ਤੁਹਾਨੂੰ ਕਹਾਣੀ ਦੱਸੀ ਸੋ ਹੋਰ ਇੱਕ ਮਿਲ ਗਿਆ ਮੈਨੂੰ। ਬੰਦੇ ਫਿਰ ਉਦੋਂ ਵੀ ਮਿਲਦੇ ਨਾ ਜਿੱਦਾਂ ਦੀਆਂ ਖਬਰਾਂ ਚੱਲ ਰਹੀਆਂ ਹੋਣ ਸਰ। ਤੇ ਆਪਾਂ ਖਬਰੀ ਆਦਮੀ ਆ, ਹੋਰ ਆਪਾਂ ਕੀ ਕਰਨਾ। ਆਪਾਂ ਤੇ ਚਾਹ ਦੀ ਘੁੱਟ ਪੀਣ ਬੈਠੀਏ ਕਿਤੇ, ਆਖੀ ਤੇ 10 ਰੁਪਏ ਲਾਉਣੇ, ਕੋਈ 100 ਦੀ ਗੱਲਬਾਤ ਨਾਲ ਬੰਨ ਕੇ ਲੈ ਜੀ। ਤਾਂ ਗੱਲ ਇਹ ਆ ਕਿ ਬਈ ਉੱਥੇ ਹੋਰ ਇੱਕ ਸ਼ੈਲਰ ਮਾਲਕ ਮਿਲਿਆ। ਉਹ ਤੇ ਸਰ ਕਹਿੰਦਾ ਮੈਂ ਸ਼ੈਲਰ ਵੇਚ ਰਿਹਾ ਜੀ। ਅੱਛਾ, ਮੇਰਾ ਕਰੋੜ ਦਾ ਵਿਕੇ, ਮੇਰਾ 1.5 ਕਰੋੜ ਦਾ ਵਿਕੇ, 2 ਕਰੋੜ ਦਾ ਵਿਕੇ, ਮੈਂ ਨਿਕਲ ਰਿਹਾ ਜੀ ਇਸ ਇੰਡਸਟਰੀ ਚ। ਕਹਿੰਦੇ ਕਿ 1 ਸਾਲ ਪ੍ਰੋਫਿਟ ਹੋ ਗਿਆ। ਫਰਜ਼ ਕਰੋ, ਸੁਣਨ ਵਾਲੀ ਗੱਲ ਹੈ ਪ੍ਰਵੀਨ ਜੀ। ਕਾਰੋਬਾਰੀਆਂ ਦੀਆਂ ਗੁਣਾ ਗਣਿਤਾਂ ਵੀ ਸੁਣਨ ਵਾਲੀਆਂ ਹੁੰਦੀਆਂ ਨਾ। ਆਪਾਂ ਕਿਸਾਨ ਦਾ ਤਾਂ ਚਲੋ ਸਾਰਾ ਜਾਣਦੇ ਆਪਾਂ, ਕਿਸਾਨ ਤੇ ਆਪਾਂ ਚਰਚਾ ਕਰਦੇ ਹਾਂ। ਜਿਹੜਾ ਕਾਰੋਬਾਰੀ ਹੈ ਉਹ ਕੀ ਸੋਚ ਰਿਹਾ? ਉਹ ਕਹਿੰਦਾ ਜੀ ਕਿ 1 ਸਾਲ ਮੰਨ ਲਓ ਸਾਨੂੰ 20 ਲੱਖ ਦਾ ਮੁਨਾਫਾ ਹੋ ਗਿਆ, 30 ਲੱਖ ਦਾ ਹੋ ਗਿਆ, ਚਲੋ 40 ਦਾ ਵੀ ਹੋ ਗਿਆ। ਅਸੀਂ ਉਹ ਪੈਸਾ ਸਾਂਭ ਕੇ ਤੇ ਰੱਖਣਾ ਨਹੀਂ ਸਾ।
ਹੋ ਸਕਦਾ ਕਿ ਅਸੀਂ ਕੋਈ ਫੋਰਚੂਨਰ ਕਢਾ ਲਈਏ, ਅਸੀਂ ਜਵਾਕ ਦਾ ਕੋਈ ਵਿਆਹ ਕਰਾ ਲਈਏ, ਕੁਝ ਇਨਵੈਸਟ ਕਰ ਦਈਏ। ਹੁਣ ਅਗਲੇ ਸਾਲ ਸਾਨੂੰ ਘਾਟਾ ਪੈ ਗਿਆ 50 ਲੱਖ ਦਾ, ਕਿੱਥੋਂ ਲਿਆਵਾਂਗੇ? ਅਸੀਂ ਕਿੱਥੋਂ ਲਿਆਵਾਂਗੇ, ਕਿਉਂਕਿ ਪਿਛਲਾ ਤਾਂ ਅਸੀਂ ਚਾਅ ਚ ਖਾ ਜਾਣਾ। ਤੋ ਇਹ ਚੀਜ਼ ਜਿਹੜੀ ਹੈ ਨਾ, ਉਹ ਮਤਲਬ ਕਿ ਹੁਣ ਤੁਸੀਂ ਦੇਖ ਲਓ ਕਿ ਕਿਸਾਨ ਨੂੰ ਨਹੀਂ ਡਰ ਲੱਗ ਰਿਹਾ ਯਾਰ ਕੀ ਬਣੇਗਾ, ਬਲਕਿ ਉਹ ਖੇਤੀ ਆਧਾਰਿਤ ਇੰਡਸਟਰੀ, ਉਹਨਾਂ ਨੂੰ ਵੀ ਡਰ ਲੱਗ ਰਿਹਾ। ਅਸਥਿਰਤਾ ਦਾ ਮਾਹੌਲ ਆ ਨਾ ਮਿੰਟੂ ਜੀ, ਚੀਜ਼ਾਂ ਸਥਿਰ ਨਹੀਂ ਗਈਆਂ। ਹਾਂਜੀ, ਅਨਿਸ਼ਚਿਤਤਾ ਦਾ ਮਾਹੌਲ ਆ। ਇਹਦੇ ਮਾਹੌਲ ਦੇ ਵਿੱਚੋਂ ਫਿਰ ਬੇਭਰੋਸਗੀ ਜਨਮ ਲੈਂਦੀ ਹੈ। ਇਹਦੇ ਮਾਹੌਲ ਦੇ ਵਿੱਚੋਂ ਫਿਰ ਭੱਜਦੜ, ਜਿਵੇਂ ਹੁਣ ਬੰਦੇ ਕਹਿ ਰਹੇ ਨੇ ਅਸੀਂ ਕੁਇਟ ਕਰ ਜਾਾਂਗੇ, ਇਸ ਇੰਡਸਟਰੀ ਚੋਂ ਛੱਡ ਜਾਾਂਗੇ, ਤਾਂ ਹੋਰ ਕੀ ਕਰਨਗੇ। ਜਿਹੜਾ ਤੁਸੀਂ ਸਰਕਾਰਾਂ ਦਾ ਕਾਣ ਫੜਿਆ ਨਾ ਮਿੰਟੂ ਜੀ, ਦੋਨਾਂ ਸਰਕਾਰਾਂ ਦਾ, ਇੱਕ ਛੋਟੀ ਜਿਹੀ ਮਿਸਾਲ ਤੁਹਾਨੂੰ ਮੈਂ ਦਿੰਦਾ। ਤੇਲੰਗਾਨਾ 2325 ਰੁਪਏ MSP ਹੈ। ਮੈਂ ਇੱਕ ਦਿਨ ਪਹਿਲਾਂ ਵੀ ਪੰਜਾਬੀ ਰੇਡੀਓ ਦੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀ। 2325 MSP ਆ। ਪੰਜਾਬ ਤੇ ਹਰਿਆਣਾ ਪੂਰੇ ਭਾਰਤ ਦੇ ਵਿੱਚ ਇਸ ਮੰਨੇ ਜਾਂਦੇ ਆ, ਜਾਂ ਸੋਚਿਆ ਜਾਂਦਾ, ਜਾਂ ਕਿਹਾ ਜਾਂਦਾ ਅਕਸਰ ਹੀ ਮੋਦੀ ਭਗਤਾਂ ਵੱਲੋਂ ਜਾਂ ਸਰਕਾਰੀ ਮਸ਼ੀਨਰੀ ਵੱਲੋਂ, ਕਿ ਬਈ ਇਹਨਾਂ ਨੂੰ MSP ਦਾ ਲਾਹਾ ਮਿਲਦਾ। ਇਹ ਉਹ ਲੋਕ ਨੇ ਜਿਹੜੇ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਲਾਹਾ ਚੱਕਦੇ ਆ। ਤੇਲੰਗਾਨਾ ਦੀ ਤੁਹਾਨੂੰ ਮੈਂ ਮਿਸਾਲ ਦਿੰਦਾ, ਗੂਗਲ ਤੇ ਜਾ ਕੇ ਸਾਰੇ ਪੜ੍ਹ ਸਕਦੇ ਆ, ਕੋਈ ਉਹ ਝੂਠ ਨਹੀਂ ਗਾ, ਮਨ ਘੜਤ ਗੱਲ ਨਹੀਂ ਗੀ। ਤੇਲੰਗਾਨਾ ਦੇ ਵਿੱਚ ਇਸ ਟਾਈਮ ਜਿਹੜਾ ਝੋਨਾ ਵਿਕ ਰਿਹਾ 2640 ਰੁਪਏ ਵਿਕ ਰਿਹਾ, 2250 ਤੋਂ ਲੈ ਕੇ, ਕਿਉਂਕਿ ਉੱਥੇ MSP ਕੁਝ ਹਿੱਸਿਆਂ ਦੇ ਵਿੱਚ ਹੈ ਨਹੀਂ ਗਾ, 2640। ਤੇ ਉੱਥੇ ਪੈਡੀ ਜਿਹੜੀ ਝੋਨੇ ਜਿਹੜੀ ਕਲਟੀਵੇਸ਼ਨ ਆ, ਉਹਨੂੰ ਉਤਸ਼ਾਹਿਤ ਕਰਨ ਵਾਸਤੇ ਕਿ ਰਾਜ ਸਰਕਾਰ ਜਿਹੜੀ ਉਹਨਾਂ ਦੀ ਤੇਲੰਗਾਨਾ ਦੀ, ਉਹ ਆਪ ਇਨਕਰੇਜ ਕਰ ਰਹੀ ਹੈ। ਉਹਨਾਂ ਨੂੰ 20,000 ਕਰੋੜ ਰੁਪਇਆ ਮਿਲਿਆ ਸੀਗਾ, ਜਿਹੜਾ ਸੈਂਟਰ ਗਵਰਨਮੈਂਟ ਕਰਨੀ, ਆਪਾਂ ਨੂੰ 44,000 ਕਰੋੜ ਮਿਲਦਾ। ਉਹਨਾਂ ਨੇ 20 ਦਾ 20 ਰਿਕਾਰਡ, ਮਤਲਬ ਉਹਨਾਂ ਨੇ ਪ੍ਰੋਕਿਉਰਮੈਂਟ ਕਰਤੀ ਹੈ ਹੁਣ ਤੱਕ, ਪੰਜਾਬ ਦੇ ਮੁਕਾਬਲੇ ਜੇ ਆਪਾਂ ਦੇਖੀਏ, ਹਰਿਆਣੇ ਦੇ ਮੁਕਾਬਲੇ। ਉਹ ਸੂਬੇ ਜਿੱਥੇ MSP ਹੈ ਹੀ ਨਹੀਂ ਸੀ, ਉੱਥੋਂ ਦੀਆਂ ਸਰਕਾਰਾਂ ਦੀ, ਸਟੇਟ ਸਰਕਾਰਾਂ ਦੀ ਪਾਲਿਸੀ ਕਹਿ ਲਓ, ਜਾਂ ਉਹਨਾਂ ਨੇ 500 ਰੁਪਇਆ ਤੱਕ ਤਾਂ ਪ੍ਰਤੀ ਕੁਆਂਟਲ ਦੇਤਾ ਕਿਸਾਨ ਨੂੰ। ਉਹ ਕਹਿੰਦੇ ਅਸੀਂ ਤੁਹਾਨੂੰ ਦਿੰਦੇ ਹਾਂ, ਤੁਸੀਂ ਲਾਓ ਜਾਂ ਵੇਚੋ, ਕੋਈ ਚੱਕਰ ਨਹੀਂ ਗਾ। ਜਿੱਥੇ ਮੰਡੀ ਹੈ ਨਹੀਂ, ਜਿੱਥੇ ਇਨਫਰਾਸਟਰਕਚਰ ਹੈ ਨਹੀਂ ਗਾ, ਉੱਥੋਂ ਦੀਆਂ ਸਰਕਾਰਾਂ ਇਨਵੋਲਵ ਨੇ ਤੇ ਜ਼ਿੰਮੇਵਾਰੀ ਚੱਕ ਕੇ ਆਪਦੇ ਕਿਸਾਨ ਨੂੰ ਬਚਾ ਰਹੀਆਂ ਨੇ। ਇੱਥੇ ਮੰਡੀ ਆ, ਸਟਰਕਚਰ ਆ, ਇਨਫਰਾਸਟਰਕਚਰ ਆ, ਸਾਰਾ ਢਾਂਚਾ, ਸ਼ੈਲਰ ਆ, ਸਾਰੀ ਇੰਡਸਟਰੀ ਜਿਵੇਂ ਤੁਸੀਂ ਦੱਸਿਆ। ਤੇ ਇੱਥੇ ਸਾਡੀਆਂ ਸਰਕਾਰ ਦੇ ਲੋਕ ਨੇ ਜਿਹੜੇ, ਅਮਨ ਅਰੋੜੇ ਵਰਗੇ, ਉਹ ਕਹਿੰਦੇ ਸੀ ਧਰਨੇ ਲਾਵਾਂਗੇ। ਸਰਕਾਰਾਂ ਧਰਨੇ ਤੇ ਨੇ, ਹੋਰ ਲੋਕ ਆ ਕੇ ਸਲਾਹ ਦੇ ਰਹੇ ਨੇ ਜਿਨ੍ਹਾਂ ਦੀ ਆਪਦੀ ਸਲਾਹ ਨਹੀਂ ਚੱਲੀ। ਤੇ ਕਿਸਾਨ ਆ ਜਿਹੜਾ, ਉਹ ਜਿਵੇਂ ਤੁਸੀਂ ਕਿਹਾ 10% ਤੱਕ ਕਾਟ, ਉਹ ਕਾਟ ਤੇ ਝੋਨਾ ਵੇਚ ਰਿਹਾ। ਤੁਸੀਂ ਦੇਖੋ, ਹੁਣ ਹੀ ਦੇਖੋ ਪੰਜਾਬ ਦੀ ਕੀ ਹੈ। ਦੇਖੋ ਪੰਜਾਬ ਦੀ ਇੱਕ ਹੋਰ ਵੀ ਚੱਕਰ ਹੈ ਨਾ, ਚੌਲ ਕੰਜ਼ਿਊਮ ਨਹੀਂ ਕਰਦਾ ਨਾ ਪੰਜਾਬ। ਹੁਣ ਮੱਧ ਪ੍ਰਦੇਸ਼ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ, ਉਹ ਤਾਂ ਆਪਦਾ PDF ਚਲਾ ਦਿੰਦੇ ਜਿੰਨਾ ਚੱਕਦੇ ਆ ਚੌਲ ਤਾਂ, ਕਿਉਂਕਿ ਉੱਥੇ FCI ਲਾਉਂਦੀ ਹੈ ਨਾ ਸਿੱਧੀ। ਹਾਂਜੀ, ਇੱਥੇ ਸਾਡੀਆਂ ਏਜੰਸੀਆਂ ਲਾ ਰਹੀਆਂ ਨੇ। ਉੱਥੇ ਚੌਲ ਸਿੱਧਾ FCI ਨੇ ਖਰੀਦਣਾ ਤੇ ਉਹਨੇ ਮਤਲਬ ਕਿ ਲਾ ਲੈਣਾ ਚੌਲ, ਤੇ ਉਹੀ ਉੱਥੇ ਹੀ ਕੰਜ਼ਿਊਮ ਹੋ ਜਾਣਾ। ਆਂਧਰਾ ਚ ਵੀ ਉਹੀ ਆ, ਤੇਲੰਗਾਨਾ ਵਾਲੀ ਸਾਈਡ ਵੀ ਆ, ਕਿ ਛੋਟੀ ਖਪਤ ਹੈ। ਤੇ ਇੱਕ ਉਹਨਾਂ ਦਾ ਮੌਸਮ ਉਦਾਂ ਦਾ, ਮੌਸਮ ਹੀ ਉਦਾਂ ਦਾ। ਤੇਲੰਗਾਨਾ ਐਕਸਪੋਰਟ ਵੀ ਕਰਦਾ ਜੀ, ਆਪਾਂ ਨੂੰ ਇੱਥੇ ਸਾਡਾ ਬਾਰਡਰ ਬਣਦਾ। ਸਾਡੀ ਪ੍ਰੋਬਲਮ ਇਹ ਆ ਕਿ ਸਾਡੇ ਕੋਲ ਕੰਜ਼ਿਊਮਰ ਨਹੀਂ ਹੈਗਾ ਚੌਲ ਦਾ, ਅਸੀਂ ਸੈਂਟਰ ਨੂੰ ਹੀ ਦੇਣਾ। ਅਸੀਂ ਜਿੰਨਾ ਵੀ ਅਸੀਂ ਉਹਨੂੰ ਪੈਦਾ ਕਰਾਂਗੇ, ਅਸੀਂ ਉਹ ਸੈਂਟਰ ਨੂੰ ਚੁਕਾਉਣਾ ਹੈ। ਤੇ ਉਲਟਾ ਜਿਹੜਾ ਕਿ ਵਿੱਚ ਸਾਡੀਆਂ ਏਜੰਸੀਆਂ ਪ੍ਰੋਕਿਉਰ ਕਰਦੀਆਂ, ਇੱਥੇ ਕੱਲੇ ਸਿੱਧੀ ਆ ਕੇ FCI ਨਹੀਂ ਕਰਦੀ। ਇਹ ਵੀ ਇੱਕ ਸਮੱਸਿਆ ਹੈ। ਇਹ ਵੀ ਇੱਕ ਸਮੱਸਿਆ, ਬਿਲਕੁਲ। ਹੁਣ ਤਾਂ ਸਮੱਸਿਆ ਹੀ ਬਣ ਗਈ। ਚਲੋ ਪਹਿਲਾਂ ਤਾਂ ਇਹ ਸਹੂਲਤ ਸੀ, ਪਰ ਹੁਣ ਸਮੱਸਿਆ ਹੀ ਲੱਗਦੀ ਹੈ। ਸਹੀ ਹੈ ਤੁਹਾਡੀ ਗੱਲ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਕਾਲੀ ਦਲ ਦੀ ਸਿਆਸਤ ਦੀ। ਵਿਰਸਾ ਸਿੰਘ ਵਲਟੋਆ ਮਿੰਟੂ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ ਤੇ ਅਰਦਾਸ ਕੀਤੀ ਹੈ ਜੀ। ਹਾਂਜੀ, ਦੇਖੋ ਇਹਨਾਂ ਨੇ ਅਰਦਾਸ ਕੀਤੀ ਹੈ, ਚਲੋ ਠੀਕ ਆ, ਇਹਨਾਂ ਦੀ ਵੀ ਆਪਣੀ ਇਹ ਧਾਰਮਿਕ ਆਜ਼ਾਦੀ ਹੈ। ਪਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕੈਮਰੇ ਫਿੱਟ ਕਰਕੇ ਅਰਦਾਸ ਕੀਤੀ ਹੈ ਕਿ ਮੇਰੇ ਮਨ ਨੂੰ ਠੇਸ ਲੱਗੀ ਹੈ, ਜੋ ਗਿਆਨੀ ਹਰਪ੍ਰੀਤ ਸਿੰਘ ਅਰੋੜਾ ਨੇ ਦੋਸ਼ ਲਾਏ, ਉਹ ਗਲਤ ਲਾਏ। ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚਣ ਦੀ ਜ਼ਰੂਰਤ ਹੈ, ਸਾਹਿਬ ਬਚਣਾ ਚਾਹੀਦਾ। ਉਧਰੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਜੀ ਮੈਂ ਹੁਣ ਅਕਾਲ ਪੁਰਖ ਤੇ ਛੱਡਿਆ, ਕੌਣ ਫੈਸਲਾ ਕਰੇਗਾ ਸਾਹਿਬ। ਗੱਲ ਇਹ ਆ ਕਿ ਵਿਰਸਾ ਸਿੰਘ ਵਲਟੋਆ ਕਹਿੰਦੇ ਕਿ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ ਜੀ, ਇਹ ਵੀਡੀਓ ਰਿਕਾਰਡਿੰਗ ਕਿਉਂ ਨਹੀਂ ਜਾਰੀ ਕਰਦੇ। ਤਾਂ ਹੁਣ ਜਥੇਦਾਰ ਸਾਹਿਬ ਇਸ ਗੱਲ ਦਾ ਜਵਾਬ ਦੇਣ ਦੀ ਥਾਂ ਤੇ ਕਿ ਜਿਹੜਾ ਵੀਡੀਓ ਬਣਾਇਆ, ਵੀਡੀਓਗ੍ਰਾਫੀ ਹੋਈ ਆ, ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ। ਉਹ ਕਹਿ ਰਿਹਾ ਕਿ ਮੈਂ ਤੇ ਹੁਣ ਸਾਰਾ ਮਸਲਾ ਅਕਾਲ ਪੁਰਖ ਤੇ ਛੱਡਿਆ। ਖੈਰ, ਇੱਕ ਹੋਰ ਆਦੇਸ਼ ਆਇਆ ਗਿਆਨੀ ਰਘਵੀਰ ਸਿੰਘ ਜੀ ਦਾ, ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਨਵੰਬਰ 1984 ਦੀ ਜੋ ਸਿੱਖ ਨਸਲ ਕੁਸ਼ੀ, ਉਹ ਕਹਿੰਦੇ ਕਿ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ 1 ਨਵੰਬਰ ਨੂੰ ਬੰਦੀ ਛੋੜ ਦਿਹਾੜਾ ਜਿਹੜਾ ਆ ਰਿਹਾ,
ਉਸ ਮੌਕੇ ਤੇ ਕੇਵਲ ਘਿਓ ਦੇ ਦੀਵੇ ਹੀ ਜਿਹੜੇ ਆ ਦੀਪਮਾਲਾ ਵਜੋਂ ਵਰਤੇ ਜਾਣਗੇ, ਨਾ ਕਿ ਬਿਜਲੀ ਸਜਾਵਟਾਂ ਜਿਹੜੀਆਂ ਉਹ ਹੋਣਗੀਆਂ। ਸੋ ਇਹ ਵੀ ਇੱਕ ਆਦੇਸ਼ ਅੱਜ ਆਪਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ, ਕਿਉਂਕਿ ਇੱਕ ਭੰਬਲ ਭੂਸਾ ਵੀ ਸੀਗਾ ਕਿ ਇੱਥੇ ਯਾਨੀ ਆਪਾਂ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਦੇਖੀਏ ਤਾਂ ਬਈ ਬੰਦੀ ਛੋੜ ਦਿਹਾੜਾ ਕਿ ਉਹ ਕਿਸ ਰੋਜ਼ ਮਨਾਇਆ ਜਾਣਾ, ਕਿਉਂਕਿ 31 ਤੇ 1 ਦੇ ਵਿਚਾਲੇ ਦੀਵਾਲੀ ਉਲਝੀ ਪਈ ਹੈ, ਦੀਵਾਲੀ ਖੁਦ ਕਨਫਿਊਜ਼ ਹੋਈ ਪਈ ਹੈ। ਤਾਂ ਐਤਕੀ ਹੁਣ ਜਥੇਦਾਰ ਸਾਹਿਬ ਨੇ ਸਪਸ਼ਟ ਕਰ ਦਿੱਤਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਅਮਨ ਅਰੋੜਾ ਦੀ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਹਿੰਦੇ ਇਹਨਾਂ ਨੂੰ। ਹਾਂ, ਤੁਸੀਂ ਯਾਦ ਕੀਤਾ ਤੇ ਉਹ ਕਹਿੰਦੇ ਲੋ ਜੀ ਮੈਂ ਆ ਗਿਆ। ਅਮਨ ਅਰੋੜਾ ਕਹਿ ਰਹੇ ਆ ਕਿ ਦੇਖੋ ਤਿਆਰ ਆ, ਮੈਂ ਤਿਆਰ ਆ। ਜੇ ਧਰਨੇ ਲਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਤਿਆਰੀ ਜਤਾ ਰਹੇ ਆ। ਦੇਖੋ ਇਹਨਾਂ ਨੂੰ ਹਿੰਦੂ ਫੇਸ ਦੇ ਤੌਰ ਤੇ ਪ੍ਰਧਾਨ ਬਣਾਇਆ ਜਾ ਸਕਦਾ ਹੈ ਜੀ। ਇਹਨਾਂ ਦੀ ਤਿਆਰੀ ਲਗਭਗ ਫਾਈਨਲ ਆ। ਮਾਨ ਸਾਹਿਬ ਨੂੰ ਵੀ ਚਾਣਚੱਕ ਦਿੱਲੀ ਕੱਲ ਜਾਣਾ ਪਿਆ ਕਹਿ ਲਓ ਕਿ ਜਾਣ ਦੀ ਜ਼ਰੂਰਤ ਪੈ ਗਈ ਆ, ਤਾਂ ਪਹਿਲਾਂ ਉਸ ਤੋਂ ਉਹਨਾਂ ਨੇ ਬਿਆਨ ਦੇ ਦਿੱਤਾ ਸੀਗਾ। ਦਰਅਸਲ ਕੀ ਆ ਕਿ ਪਾਰਟੀ ਜਿਹੜੀ ਆ 2027 ਵਾਸਤੇ ਹੁਣ ਆਪਣਾ ਨਵੇਂ ਸਿਰੇ ਤੋਂ ਕਹਿ ਲਓ ਭਾਰ ਤੋਲਦੀ ਪਈ, ਕਿੰਨਾ ਕੁ ਵਜ਼ਨ ਆ। ਤੇ ਹੁਣ ਜੇ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਜੱਟ ਸਿੱਖ ਆ ਗਿਆ ਮੁੱਖ ਮੰਤਰੀ, ਫਿਰ ਇਸ ਤੋਂ ਇਲਾਵਾ ਜੋ ਆਪਣੇ ਹੈਗੇ ਨੇ ਸੰਧਵਾ ਸਾਹਿਬ, ਇਹ ਪਛੜੇ ਵਰਗ ਚੋਂ ਆ ਗਏ। ਤੇ ਇਸ ਤੋਂ ਇਲਾਵਾ ਜੇ ਆਪਾਂ ਅਨੁਸੂਚਿਤ ਜਾਤੀ ਨਾਲ ਦੇਖੀਏ ਤੇ 5 ਮੰਤਰੀ ਆ ਇਸ ਟਾਈਮ ਮੰਤਰੀ ਮੰਡਲ ਦੇ ਵਿੱਚ। ਯਾਨੀ ਇੱਕ ਹਿੰਦੂ ਵੱਡੀ ਨੁਮਾਇੰਦਗੀ ਰਹਿੰਦੀ ਹੈ, ਹਿੰਦੂ ਫੇਸ ਇੱਕ ਰਹਿੰਦਾ। ਤਾਂ ਹੁਣ ਡਿਪਟੀ ਲਾਉਂਦੇ ਆ ਜਾਂ ਪ੍ਰਧਾਨ ਲਾਉਂਦੇ ਆ, ਇਹ ਤਾਂ ਪਤਾ ਨਹੀਂ, ਪਰ ਪ੍ਰਧਾਨਗੀ ਦੇ ਚਰਚੇ ਹੈ ਕਿ ਇਹਨਾਂ ਨੂੰ ਪ੍ਰਧਾਨਗੀ ਦਿੱਤੀ ਜਾ ਸਕਦੀ ਜੀ। ਤੇ ਗਾਜ਼ੀਆਬਾਦ ਦੇ ਵਿੱਚ ਅਦਾਲਤ ਦੇ ਵਿੱਚ ਹੀ ਕਹਿੰਦੇ ਕਾਨੂੰਨ ਦਾ ਜਲੂਸ ਨਿਕਲ ਗਿਆ ਜੀ। ਹਾਂਜੀ, ਦੇਖੋ ਇੱਥੇ ਕੋਈ ਵਕੀਲ ਸੀਗੇ ਨਾਹਰ ਸਿੰਘ ਯਾਦਵ, ਇਹਨਾਂ ਨੇ ਕੋਈ ਵਿਅਕਤੀ ਦੀ ਜ਼ਮਾਨਤ ਲਾਈ ਸੀ ਤੇ ਅਰਜੀ ਜਿਹੜੀ ਸੀ ਉਹ ਦੂਜੇ ਕੋਰਟ ਦੇ ਵਿੱਚ ਟ੍ਰਾਂਸਫਰ ਕਰਨ ਦੀ ਮੰਗ ਕੀਤੀ। ਇਸ ਗੱਲ ਨੂੰ ਲੈ ਕੇ ਜੱਜ ਤੇ ਵਕੀਲ ਆਪਸ ਦੇ ਵਿੱਚ ਕਹਿ ਲਓ ਕਿ ਖਿੱਪੜ ਪਏ। ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਜ਼ਿਲ੍ਹਾ ਜੱਜ ਡਾਇਸ ਤੋਂ ਉੱਤਰ ਕੇ ਥੱਲੇ ਆ ਗਏ। ਡਾਇਸ ਹੁੰਦਾ ਜਿੱਥੇ ਬੈਠੇ ਨੇ ਉਹਦੇ ਤਾਂ ਕਾਊਂਟਰ ਜਿਹਾ ਲੱਗਾ ਹੁੰਦਾ, ਉਹ ਜਿੱਥੇ ਥੋੜਾ ਜਿਹਾ ਫਿਲਮਾਂ ਚ ਮਾਰਦੇ ਆਰਡਰ ਉਥੋਂ ਉਹ ਥੱਲੇ ਆ ਗਿਆ ਵੀ ਮੈਂ ਵੇਖ ਲੈਂਦਾ। ਤੇ ਫਿਰ ਹਿਸਾਬ ਲਾ ਲਓ ਕਿ ਜੱਜ ਨੇ ਫੋਨ ਤੇ ਪੁਲਿਸ ਬੁਲਾਈ, ਬੜੀ ਤਲਖ ਲਾਈ। ਉਸ ਤੋਂ ਬਾਅਦ ਜੱਜ ਨੇ ਜਦੋਂ ਪੁਲਿਸ ਤੇ PAC ਬੁਲਾ ਲਈ, ਵਕੀਲਾਂ ਦਾ ਦੋਸ਼ਿਆ ਕਿ ਜ਼ਿਲ੍ਹਾ ਜੱਜ ਕੋਰਟ ਰੂਮ ਦੇ ਵਿੱਚ ਉਹਨਾਂ ਨੂੰ ਸਾਰੇ ਪਾਸਿਓਂ ਬੰਦ ਕਰ ਦਿੱਤਾ। ਤੇ ਫਿਰ ਉਸ ਤੋਂ ਬਾਅਦ ਸਾਨੂੰ ਕੁੱਟਿਆ, ਕਈਆਂ ਨੂੰ ਸੱਟਾਂ ਵੀ ਆਈਆਂ। ਤੇ ਉਦੋਂ ਬਾਅਦ ਫਿਰ ਕੰਮ ਉੱਥੇ ਜੰਮ ਕੇ ਚੱਲਿਆ, ਮਤਲਬ ਇਹ ਜਲੂਸ ਹੀ ਨਿਕਲਿਆ ਸਰ। ਜੱਜ ਵੀ ਕਦੇ ਸਰ ਜੱਜਾਂ ਤੇ ਛਿੱਤਰ ਵੀ ਬੱਚੇ ਆ, ਤੁਹਾਨੂੰ ਪਤਾ ਇਸ ਗੱਲ ਦਾ? ਜੀ ਬਿਲਕੁਲ। ਸਾਡੇ ਨਾਲ ਬੰਦਾ ਸੀਗਾ, ਉਹਨੇ ਬੀਕਾਨੇਰ ਮਾਰਿਆ ਸੀ। ਤਾਂ ਮਤਲਬ ਕਿ ਜੱਜ ਤੇ ਕਈ ਵਾਰ ਗਾਲਾਂ ਕੱਢ ਦਿੰਦੇ ਨੇ ਕੋਈ ਜਦੋਂ ਸਜ਼ਾ ਹੋ ਜਾਂਦੀ ਹੈ। ਬਿਲਕੁਲ, ਹਾਂਜੀ ਸਜ਼ਾ ਹੋ ਜਾਂਦੀ। ਉਹ ਮੈਂ ਹੁਣ ਕੀ ਕਹਾਂ, ਮਾਈਕ ਤੇ ਬੋਲ ਨਹੀਂ ਸਕਦਾ। ਉਹ ਕਹਿ ਦਿੰਦੇ ਜੋ ਵੀ ਸ਼ਬਦ ਇਹੋ ਜਿਹੇ ਬੋਲੇ ਜਾਂਦੇ। ਮੈਂ ਸਾਡੇ ਨਾਲ ਦੇ ਪਿੰਡ ਦੇ ਬੰਦੇ ਨੇ ਇਸ ਤਰ੍ਹਾਂ ਇੱਕ ਗੰਦਾ ਕਮੈਂਟ ਕਰਤਾ ਸੀਗਾ। 8 ਸਾਲ ਸਰ ਉਹਨੂੰ ਭੁਗਤਨੇ। ਅੱਛਾ, ਸੁਪਰੀਮ ਕੋਰਟ ਤੱਕ ਵੀ। ਤੇ ਹਾਂਜੀ, ਪਤਾ ਨਹੀਂ ਕੁਝ 2-4 ਕਿਲੋ ਭੁੱਕੀ ਦਾ ਮਸਲਾ ਸੀ, ਜਿਹਦੇ ਚ ਵੱਧ 2-4 ਸਾਲ ਕੱਟ ਕੇ ਆ ਜਾਂਦਾ। ਤਾਂ 8 ਕੇ 10 ਸਾਲ ਤਰੀਕੀ ਕਟਾਈ। ਫਿਰ ਜੱਜ ਨੇ ਪਤਾ ਨਹੀਂ ਕਿਆ ਲਿਖ ਦਿੱਤਾ ਉਹਨੇ, ਸੁਪਰੀਮ ਕੋਰਟ ਚੋਂ ਵੀ ਨਹੀਂ ਸੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੱਜ ਇੰਨੇ ਟੋਲਰੈਂਟ ਹੁੰਦੇ ਨੇ ਸਰ ਕਿ ਉਹ ਛੇਤੀ ਕਿਤੇ ਆਪਣਾ ਵਿਵੇਕ ਨਹੀਂ ਛੱਡਦੇ, ਆਪਣੀ ਲਿਆਕਤ ਨਹੀਂ ਛੱਡਦੇ। ਉਹਨਾਂ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ। ਤਾਂ ਇੱਥੇ ਜੱਜ ਵੀ ਥੱਲੇ ਉਤਰ ਕੇ ਆ ਗਿਆ। ਮੈਨੂੰ ਲੱਗਦਾ ਸੰਨੀ ਦਿਓਲ ਦੀਆਂ ਫਿਲਮਾਂ ਦੇਖਦਾ ਰਿਹਾ ਜੇ ਕਿਤੇ। ਨਹੀਂ, ਜੱਜਾਂ ਬਾਰੇ ਤਾਂ ਤੁਸੀਂ ਦੇਖ ਲਓ ਵੀ ਆਪਣੇ ਜਿਹੜਾ ਪੇਂਡੂ ਸੱਭਿਆਚਾਰ ਹੈ, ਚਲੋ ਸ਼ਹਿਰ ਚ ਤਾਂ ਆਪਾਂ ਰਹੇ ਨਹੀਂਗੇ। ਆਪਣੇ ਜਦੋਂ ਅਕਸਰ ਹੀ ਲੋਕ ਲੜਦੇ ਆ ਜਾਂ ਇੱਕ ਦੂਜੇ ਤੇ ਵਾਅਦਾ ਕਰਦੇ ਜਾਂ ਕਿਸੇ ਗੱਲ ਦੇ ਵਿੱਚ ਕੋਈ ਨੀਵਾਂ ਦਿਖਾਉਂਦੇ ਆ ਜਾਂ ਕਹਿੰਦੇ ਵੀ ਤੈਨੂੰ ਆਹ ਤਾਂ ਕਰਨਾ ਪਊਗਾ, ਕਹਿੰਦਾ ਤੂੰ ਸਾਡੇ ਤੇ ਜੱਜ ਲੱਗਿਆ। ਇਹ ਤਾਂ ਨੋਰਮਲ ਜੀ ਗੱਲ ਆ, ਮਤਲਬ ਜੱਜ ਦੀ ਇੰਨੀ ਚੱਲਦੀ ਹੈ ਜਾਂ ਜੱਜ ਦੇ ਬਾਰੇ ਆਪਣੇ ਜ਼ਮਾਨੇ ਦੇ ਵਿੱਚ ਸਮਾਜ ਦੇ ਵਿੱਚ ਆ ਵੀ ਤੂੰ ਸਾਡੇ ਤੇ ਜੱਜ ਲੱਗਿਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ
ਇੱਕ ਹੋਰ ਅਹਿਮ ਇਸ਼ੂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਇੱਕ ਤਾਂ ਪੰਜਾਬ ਦੇ ਸਿਆਸੀ ਸਿਨਾਰੀਓ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਦੂਜੀ ਗੱਲ ਜਿਹੜੀ ਹੈ ਕਿਸਾਨੀ ਦੀ। ਉਹਦੇ ਬਾਰੇ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਸਮੱਸਿਆ ਜਿਹੜੀ ਆ ਉਹ ਪੰਜਾਬ ਦੇ ਮੂਹਰੇ ਖੜੀ ਹੈ। ਅੱਜ ਜਿਹੜੀ ਸਮੱਸਿਆ ਚੱਲ ਰਹੀ ਹੈ ਆਪਾਂ ਇਹਦੇ ਬਾਰੇ ਬਹੁਤ ਦਿਨ ਪਹਿਲਾਂ ਹੀ ਚਰਚਾ ਕੀਤੀ ਸੀਗੀ ਤੇ ਜਿਹੜੀ ਉਹ ਸਮੱਸਿਆ ਉਹ ਹੈ ਦਿੱਲੀ ਦੇ ਵਿੱਚ ਪੰਜਾਬ ਦਾ ਪਹੁੰਚਦਾ ਧੂੰਆਂ। ਕੀ ਇਹ ਵਾਕਈ ਪਹੁੰਚਦਾ ਹੈ? ਅੱਜ ਇੱਕ ਰਿਪੋਰਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਹੜੀ ਇੱਕ ਰਿਪੋਰਟ ਹੀ ਨਹੀਂ ਬਲਕਿ ਇੱਕ ਰਿਸਰਚ ਆ, ਇੱਕ ਖੋਜ ਆ ਤੇ ਉਸ ਖੋਜ ਦੇ ਵਿੱਚ ਪੰਜਾਬ ਦੀ ਦਿੱਲੀ ਨੂੰ ਜਿਹੜੀ ਜਿਵੇਂ ਜਿਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਜਿਹੜੀ ਦਿੱਲੀ ਨੂੰ ਪੰਜਾਬ ਦਾ ਰਸਤਾ ਉਹ ਤੇ ਕਿੰਨੀ ਹਵਾ ਵਗੇ, ਕਿਸ ਹਿਸਾਬ ਦੇ ਨਾਲ ਵਗੇ, ਫਿਰ ਉਹ ਧੂੰਆਂ ਦਿੱਲੀ 'ਚ ਪਹੁੰਚ ਸਕਦਾ ਤੇ ਕਿੰਨੇ ਦਿਨਾਂ 'ਚ ਪਹੁੰਚ ਸਕਦਾ। ਹਲੇ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਨਹੀਂ ਹੋਈ। ਦਿੱਲੀ ਦਾ ਜਿਹੜਾ AQ ਆ, ਏਅਰ ਕੁਆਲਿਟੀ ਇੰਡੈਕਸ, ਉਹ ਤਕਰੀਬਨ 400 ਤੋਂ ਪਾਰ ਆ। ਅੱਜ ਆਪਾਂ ਤੱਥਾਂ ਦੇ ਨਾਲ ਪੰਜਾਬ ਨੂੰ ਇਸ ਜਿਹੜੀ ਦੋਸ਼ ਹੈ ਇਸ ਤਰ੍ਹਾਂ ਦਾ ਸਿਆਸੀ ਲੋਕ ਹੀ ਲਾਉਂਦੇ ਨੇ ਕਿਉਂਕਿ ਉਹਨਾਂ ਨੇ ਕਿਹੜਾ ਕਿਸੇ ਤੱਥ ਜਾਂ ਫੈਕਟ ਤੇ ਗੱਲ ਕਰਨੀ ਹੁੰਦੀ ਹੈ ਤਾਂ ਇਹ ਤੋਂ ਮੁਕਤ ਕਰਨ ਦਾ ਜਾਂ ਪੰਜਾਬੀਆਂ ਨੂੰ ਇੱਕ ਲੌਜਿਕ ਦੇਣ ਦਾ ਯਤਨ ਜ਼ਰੂਰ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਤੋਂ ਹੀ ਇਹ ਸਾਰਾ ਕੁਝ ਚੱਲਣ ਲੱਗਿਆ, ਉਹਦੇ ਤੋਂ ਪਹਿਲੇ ਦਿਨ ਤੋਂ ਹੀ ਆਪਾਂ ਤੁਹਾਨੂੰ ਦੱਸਤਾ ਸੀਗਾ ਕਿ ਕਿਹੜੀਆਂ-ਕਿਹੜੀਆਂ ਧਿਰਾਂ ਦੀ ਕਿਹੜੀ-ਕਿਹੜੀ ਜ਼ਿੰਮੇਵਾਰੀ ਹੈ ਤੇ ਕਿਹੜੀਆਂ-ਕਿਹੜੀਆਂ ਧਿਰਾਂ ਕਿਵੇਂ ਪੋਲਿਟਿਕਸ ਕਰ ਰਹੀਆਂ ਨੇ। ਹੁਣ ਸ਼ੁਰੂਆਤ ਕਰਦੇ ਹਾਂ ਆਪਾਂ ਬੀਜੇਪੀ ਤੋਂ। ਬੀਜੇਪੀ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ, ਉਹ ਰਾਜਪਾਲ ਨੂੰ ਮਿਲੇ ਨੇ। ਕਹਿੰਦੇ ਜੀ ਤੁਸੀਂ ਪੰਜਾਬ ਸਰਕਾਰ ਨੂੰ ਕਹੋ ਵੀ ਉਹ ਝੋਨਾ ਚੱਕੇ। ਰਾਜਪਾਲ ਉਸ ਮਾਮਲੇ 'ਚ ਕੀ ਕਰ ਸਕਦਾ? ਇਹ ਸਿਰਫ ਇੱਕ ਹੋਛੀ ਰਾਜਨੀਤੀ ਹੈ। ਜੇ ਤੁਹਾਨੂੰ ਇੰਨਾ ਹੀ ਪੰਜਾਬ ਦਾ ਦਰਦ ਹੈ ਤੇ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਭਰੀਆਂ ਪਈਆਂ ਨੇ, ਕਿਸਾਨ ਕਿੰਨੇ-ਕਿੰਨੇ ਦਿਨਾਂ ਤੋਂ ਉੱਥੇ ਬੈਠੇ ਆ, ਤੁਸੀਂ ਜਾ ਕੇ ਸੈਂਟਰ ਸਰਕਾਰ ਨੂੰ ਕਹੋ। ਤੁਹਾਨੂੰ ਤਾਂ ਉਹ ਟਾਈਮ ਵੀ ਦੇ ਦੇਣਗੇ, ਤੁਹਾਨੂੰ ਤਾਂ ਮਿਲ ਵੀ ਲੈਣਗੇ। ਤੁਸੀਂ ਉੱਥੇ ਮੁੱਦਾ ਚੁੱਕੋ। ਰਾਜਪਾਲ ਕੀ ਹੈ? ਰਾਜਪਾਲ ਤਾਂ ਪੰਜਾਬ ਸਰਕਾਰ ਜਾਂ ਕਿਸੇ ਵੀ ਸਰਕਾਰ ਦੀ ਜਿਹੜੀ ਮਿਨਿਸਟਰ ਆਫ ਕੌਂਸਲ ਉਹਦੇ ਨਾਲ ਬਾਉਂਡ ਆ। ਤਾਂ ਉਹ ਕੀ ਕਹਿ ਦੂਗਾ? ਉਹ ਡਾਇਰੈਕਸ਼ਨ ਥੋੜ੍ਹਾ ਜਾਰੀ ਕਰ ਸਕਦਾ। ਤੇ ਦੂਜੇ ਪਾਸੇ ਇਹ ਤਾਂ ਹੋ ਗਈ ਉਹਨਾਂ ਦੀ ਰਾਜਨੀਤੀ ਕਿ ਮੁੱਦਾ ਪੰਜਾਬ ਦੇ ਵਿੱਚ, ਔਰ ਸੈਂਟਰ ਨੂੰ ਮੂੰਹ ਕਰਨ ਦੀ ਬਜਾਏ ਦਿੱਲੀ ਨੂੰ ਮੂੰਹ ਕਰਨਾ ਬਹੁਤ ਔਖਾ ਨਾ, ਕਿਉਂਕਿ ਦਿੱਲੀ ਨੂੰ ਕਹਿਣਾ ਔਖਾ ਹੈ। ਇਹ ਤਾਂ ਰੀੜ੍ਹ ਦੀ ਹੱਡੀ ਚਾਹੀਦੀ ਉਹ ਕਹਿਣ ਵਾਸਤੇ। ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਬੰਦੇ ਲੈ ਲਓ। ਇਹਨਾਂ ਦੇ ਕੱਲ੍ਹ 3-4 ਮੰਤਰੀ ਉੱਥੇ ਜਾ ਕੇ ਗਵਰਨਰ ਸਾਹਿਬ ਨੂੰ ਮਿਲੇ ਨੇ। ਕਹਿੰਦੇ ਜੀ ਤੁਸੀਂ ਸੈਂਟਰ ਨੂੰ ਕਹੋ ਵੀ ਭਲਿਓ ਮਾਨਸੋ, ਜਿਹੜੇ ਗਵਰਨਰ ਦੇ ਨਾਲ ਤੁਸੀਂ ਖਹਿੰਦੇ ਰਹੇ, ਜਿਨ੍ਹਾਂ ਨੂੰ ਤੁਹਾਡਾ ਮੁੱਖ ਮੰਤਰੀ ਕਹਿੰਦਾ ਹੈ ਵੀ ਅਸੀਂ ਜਿਹੜੀ 3 ਕਰੋੜ ਲੋਕਾਂ ਦੇ ਚੁਣੇ ਹੋਏ, ਅਸੀਂ ਇਲੈਕਟਡ ਸਰਕਾਰ ਹਾਂ, ਸਿਲੈਕਟਡ ਨਹੀਂਗੇ। 3 ਕਰੋੜ ਲੋਕਾਂ ਨੇ ਸਾਨੂੰ ਇੱਥੇ ਬਿਠਾਇਆ। ਤੁਸੀਂ ਉਸ ਗਵਰਨਰ ਦੇ ਜਾ ਕੇ ਘਰੇ ਰੋ ਰਹੇ ਹੋ ਤੇ ਉਹ ਤੁਹਾਡੇ ਨਾਲ ਬਾਉਂਡ ਆ। ਜੇਕਰ ਤੁਸੀਂ ਕੋਈ ਬਿੱਲ, ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਉਹਨੂੰ ਭੇਜੋਗੇ ਪਾਸ ਕਰਕੇ ਆਪਦੀ ਕੈਬਨਿਟ ਮੀਟਿੰਗ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ, ਤੇ ਉਹ ਦੁਬਾਰਾ ਤੁਹਾਨੂੰ ਭੇਜ ਦਿੰਦਾ ਤੇ ਤੁਸੀਂ ਦੁਬਾਰਾ ਉਹਨੂੰ ਭੇਜ ਦੋਗੇ ਕਿ ਨਹੀਂ ਤੁਹਾਨੂੰ ਕਰਨਾ ਪਊਗਾ, ਤੇ ਗਵਰਨਰ ਦੀ ਇਹ ਜੁਰਤ ਨਹੀਂਗੀ ਕਿ ਉਹ ਨਾ ਕਰੇ। ਵਿਧੀ ਵਿਧਾਨ ਪੜ੍ਹੋ ਪਹਿਲਾਂ, ਤੇ ਜਿਹੜਾ ਬੰਦਾ ਤੁਹਾਡੇ ਕਹੇ ਤੇ ਕੰਮ ਕਰਦਾ ਉਹ ਤੁਹਾਡੇ ਅੰਡਰ ਆ ਜਾਂ ਤੁਹਾਡੇ ਉੱਤੇ ਆ। ਲੌਜਿਕ ਕੀ ਹੈ ਇਹਦੇ ਵਿੱਚ? ਤੁਹਾਡਾ ਲੌਜਿਕ ਤੁਹਾਡਾ ਵੀ ਉਹੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਨਜ਼ਰ ਆਉਣੇ ਚਾਹੀਦੇ ਹਾਂ। ਅਸੀਂ ਗਵਰਨਰ ਨੂੰ ਮਿਲੇ ਹਾਂ, ਉਹਦੇ ਘਰੇ ਥਾਂ ਬਣੀ ਹੋਈ ਹੈ ਜਿਹੜਾ ਉਹ ਆਪਦੇ ਘਰੇ ਲਵਾ ਲੂਗਾ ਝੋਨਾ ਗਵਰਨਰ। ਕਿਉਂ ਉਹਦੇ ਘਰ ਦੇ ਕੋਈ ਬੈਕ ਸਾਈਡ ਦੇ ਵਿੱਚ ਕੋਈ ਸ਼ੈਲਰ ਬਣੇ ਹੋਏ ਆ ਜਾਂ ਉਹਦੇ ਕੋਈ ਹੋਰ ਜਿਹੜਾ ਗੋਦਾਮ ਬਣਿਆ ਹੋਇਆ ਜਿੱਥੇ ਉਹ ਕਹਿ ਦੂ ਕਿ ਭਾਈ ਸਰਕਾਰ ਨਹੀਂ ਚਾਹੀਦੀ ਤਾਂ ਇੱਥੇ ਲਾ ਦਿਓ। ਮਤਲਬ ਕੋਈ ਲੌਜਿਕ ਹੀ ਨਹੀਂ। ਸਾਡੀਆਂ ਪੋਲੀਟੀਕਲ ਪਾਰਟੀਆਂ ਕੋਲੇ ਕੋਈ ਤੱਥ ਨਹੀਂ ਆ, ਕੁਛ ਨਹੀਂ। ਸਿਰਫ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਤਿੱਕਰ ਤੇ ਮੀਡੀਆ ਦੇ ਕੈਮਰਾ ਤਿੱਕਰ ਰਹਿ ਗਏ, ਔਰ ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂਗਾ। ਦੂਜੇ ਪਾਸੇ ਕਾਂਗਰਸੀ ਆ, ਉਹ ਵੀ ਮਾੜਾ ਮੋਟਾ ਆਪਦਾ ਇਸ ਵਾਜੇ ਗਾਜੇ ਦੇ ਵਿੱਚ ਆਪਣੀ ਮਾੜੀ ਮੋਟੀ ਗੱਲ ਰੱਖਦੇ ਨੇ। ਅਕਾਲੀ ਦਲ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਕਰੇ ਕੀ, ਉਹ ਤਾਂ ਆਪਦੇ ਕੰਮਾਂ 'ਚ ਹੀ ਨਾ ਉਲਝਿਆ ਹੋਇਆ। ਉਹਨਾਂ ਨੇ ਤਾਂ ਇੱਕ ਪ੍ਰਧਾਨਗੀ ਜਿੱਤੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਪਤਾ ਨਹੀਂ ਕਿੱਡਾ ਕੁ ਮਾਰਕਾ ਮਾਰ ਲਿਆ, ਹਾਲਾਂਕਿ ਮੈਂਬਰ ਉਹਨਾਂ ਦੇ ਬਣੇ ਨੇ। ਸੋ ਉਹਨਾਂ ਦੀ ਪੋਲਿਟਿਕਸ ਬਾਰੇ ਤਾਂ ਗੱਲ ਹੀ ਕੀ ਕਰੀਏ। ਕਾਂਗਰਸੀਆਂ ਨੂੰ ਲੱਗਦਾ ਕਿ ਜੇ 4 ਮੰਡੀਆਂ 'ਚ ਗੇੜਾ ਦੇ ਲਿਆ, ਧੁੱਪ ਲੱਗ ਗਈ ਹੁਣ ਮਾੜੀ ਜੀ, ਹੁਣ ਚੱਲੋ ਏਸੀ 'ਚ ਬਹਿਣਾ ਜਾ ਕੇ। ਦਿੱਲੀ ਦਾ ਵਿਰੋਧ ਕਰਨ ਦੀ ਜ਼ਰੂਰਤ ਕਾਂਗਰਸੀਆਂ 'ਚ ਵੀ ਹੈ ਨਹੀਂਗੀ। ਮਤਲਬ ਇਹਨਾਂ 'ਚ ਵੀ ਇੰਨਾ ਨਹੀਂਗਾ ਵੀ ਉੱਥੇ ਤਾਂ ਚਲੋ ਤੁਹਾਡੇ ਵਿਰੋਧੀ ਨੇ, ਬੀਜੇਪੀ ਵਾਲੇ ਨੇ, ਤੁਸੀਂ ਤਾਂ ਜਾ ਕੇ ਦਿੱਲੀ ਬੈਠ ਹੀ ਸਕਦੇ ਆ। ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ, ਜਿਨ੍ਹਾਂ ਦਾ ਇਹ ਫਰਜ਼ ਬਣਦਾ ਹੈ, ਹੁਣ ਅਮਨ ਅਰੋੜਾ ਜਿਨ੍ਹਾਂ ਦੇ ਬਾਰੇ ਆਪਾਂ ਪਹਿਲੇ ਹਿੱਸੇ ਦੇ ਵਿੱਚ ਚਰਚਾ ਕੀਤੀ ਸੀ, ਉਹ ਕਹਿੰਦੇ ਜੀ ਅਸੀਂ ਬੀਜੇਪੀ ਦਫ਼ਤਰ ਦਾ ਘਿਰਾਓ ਕਰਾਂਗੇ 37 ਸੈਕਟਰ ਦੇ ਵਿੱਚ। ਘਿਰਾਓ ਕਰਕੇ ਕੀ ਹੋ ਜਾਊਗਾ? ਉੱਥੇ ਫਿਰ ਤੁਹਾਨੂੰ ਲੱਗਦਾ ਕਿ ਉੱਥੇ ਉਹ ਬੋਰੀਆਂ ਲੈ ਕੇ, ਬਾਰਦਾਨਾ ਲੈ ਕੇ, ਤੱਕੜੀ ਵੱਟੇ ਲੈ ਕੇ ਆ ਜਾਣਗੇ ਕਿ ਚਲੋ ਜੀ ਤੁਹਾਡਾ ਝੋਨਾ ਤੋਲਦੇ ਆ। ਘਿਰਾਓ ਕਰਨਾ ਦਿੱਲੀ ਜਾ ਕੇ ਕਰੋ। ਘਿਰਾਓ ਕਰਨਾ ਰਾਜਪਾਲ ਨਾਲ ਕਰੋ, ਜਿਹਦੇ ਨਾਲ ਬਹਿ ਕੇ ਚਾਹ ਪੀ ਕੇ ਆਏ ਆ। ਉਹਨੂੰ ਕਹੋ ਕਿ ਤੁਸੀਂ ਸੈਂਟਰ ਨੂੰ ਕਹੋ, ਕਹਿ ਸਕਦੇ ਹੋ ਤੁਸੀਂ। ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਸੀਂ ਇਸ ਬਾਬਤ ਗੱਲ ਕਰ ਸਕਦੇ ਹੋ, ਮੁੱਦਾ ਚੁੱਕ ਸਕਦੇ ਹੋ, ਤਾਂ ਕਿ ਦੂਜੀਆਂ ਵਿਧਾਨ ਸਭਾ ਨੂੰ ਵੀ ਪਤਾ ਲੱਗੇ। ਗੱਲ ਇਕੱਲੀ ਝੋਨੇ ਦੀ ਕਿਸਾਨ ਨੂੰ ਠਿੱਠ ਤੰਗ ਪਰੇਸ਼ਾਨ ਕਰਨ ਦੀ ਨਹੀਂ ਹੈ। ਗੱਲ ਫੈਡਰਲਿਜ਼ਮ ਦੇ ਨਾਲ ਵੀ ਜਾ ਜੁੜਦੀ ਹੈ ਕਿ ਸੰਘੀ ਢਾਂਚੇ ਦੇ ਵਿੱਚ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੁਹਾਡੀ। ਉਹ ਤੁਸੀਂ ਉਹਨਾਂ ਦਾ ਕੇਂਦਰੀ ਪੂਲ ਫੁੱਲ ਕਰਦੇ ਰਹੋ ਤੇ ਉਹ ਤੁਹਾਨੂੰ ਖੱਜਲ ਕਰਦੇ ਰਹਿਣਗੇ। ਔਰ ਤੁਸੀਂ ਅਸਲ ਸਿਆਸਤ ਕਰਨ ਦੀ ਬਜਾਏ, ਨਾ ਤੁਹਾਡੇ 'ਚ ਇੰਨੀ ਜ਼ਰੂਰਤ ਆ, ਨਾ ਤੁਹਾਡੇ 'ਚ ਇੰਨਾ ਇਹ ਇੱਕ ਮਾਦਾ ਹੈ ਕਿ ਤੁਸੀਂ ਉੱਥੇ ਜਾ ਕੇ ਲੜ ਸਕੋ। ਔਰ ਤੁਸੀਂ ਆਮ ਆਦਮੀ ਪਾਰਟੀ ਦੀ ਸਿਆਸਤ ਕਰਨ ਦਾ ਤਰੀਕਾ ਦੇਖੋ। ਇਹਨਾਂ ਦੇ ਐਮਐਲਏ ਡੇਲੀ ਪਹੁੰਚ ਰਹੇ ਨੇ ਦਿੱਲੀ ਦੇ ਵਿੱਚ। ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੱਦ ਰਿਹਾ ਹੈ, ਮੰਤਰੀ ਪਹੁੰਚ ਰਹੇ ਨੇ, ਪਰ ਉੱਥੇ ਜਾ ਕੇ ਜੋ ਸਕ੍ਰਿਪਟ ਦਿੱਤੀ ਜਾਂਦੀ ਹੈ ਓਨਾ ਹੀ ਬੋਲਣਾ, ਤੇ ਬੋਲਦਾ ਤਾਂ ਕੋਈ ਹੈ ਹੀ ਨਹੀਂਗਾ ਉੱਥੇ, ਨਾ ਕੈਮਰਿਆਂ ਦੇ ਮੂਹਰੇ, ਨਾ ਮੀਡੀਆ ਦੇ ਮੂਹਰੇ। ਔਰ ਇੱਥੇ ਆ ਕੇ ਪੰਜਾਬ ਦੇ ਵਿੱਚ ਬੈਠ ਜਾਂਦੇ ਨੇ ਚੁੱਪ ਕਰਕੇ। ਜਿੱਦੇ ਫਿਰ ਦਿੱਲੀੋਂ ਸੁਨੇਹਾ ਆ ਜਾਂਦਾ ਉਹਦੇ ਫਿਰ ਚਲੇ ਜਾਂਦੇ ਨੇ। ਉਹ ਘੱਟੋ ਘੱਟ ਉਹਨਾਂ ਨੂੰ ਹੀ ਕਹਿ ਦਿਓ ਕਿ ਭਾਈ ਸਾਨੂੰ ਇੱਥੇ ਧਰਨਾ ਤਾਂ ਮਾਰ ਲੈਣ ਦਿਓ ਘੰਟਾ ਘੜੀ ਸਾਡੇ ਲੋਕਾਂ ਵਾਸਤੇ। ਉਹ ਵਿਚਾਰੇ ਵਿਲਕਦੇ ਆ, ਕੋਈ ਉਹਨਾਂ ਦੀ ਲੁੱਟ ਹੋ ਰਹੀ ਹੈ ਮੰਡੀਆਂ ਦੇ ਵਿੱਚ, ਉਹਨਾਂ ਨੂੰ ਘੱਟ ਰੇਟ ਤੇ ਝੋਨਾ ਵੇਚਣਾ ਪੈ ਰਿਹਾ, ਉਹਨਾਂ ਦੀ MSP ਟੁੱਟਣ ਵਾਲੀ ਗੱਲ ਆ। ਮੰਡੀਆਂ 'ਚ ਜੇ ਸ਼ੈਲਰ ਮਾਲਕ ਭੱਜ ਗਏ, ਜੇ ਕੋਈ ਜਿਹੜੀ ਧਿਰ ਆ ਮਜ਼ਦੂਰ ਧਿਰ ਆ, ਜੇਕਰ ਉਹ ਤੋਲਣੋਂ ਹਟ ਗਈ, ਉਹ ਭੱਜ ਗਈ, ਜੇਕਰ ਆੜ੍ਹਤੀਆ ਭੱਜ ਗਿਆ, ਅਸੀਂ ਕਰਾਂਗੇ ਕਿ ਕਿੱਧਰ ਨੂੰ ਜਾਵਾਂਗੇ? ਔਰ ਕੋਈ ਉਹਦੇ ਤੇ ਕੋਈ ਕੰਨ ਨਹੀਂ ਧਰ ਰਿਹਾ। ਸਾਨੂੰ ਕਈ ਵਾਰੀ ਇਹ ਇਉਂ ਲੱਗਦਾ ਆਪਾਂ ਨੂੰ ਕਿ ਯਾਰ ਆਪਾਂ ਜ਼ਿਆਦੇ ਇਸ ਮਸਲੇ 'ਚ ਪਏ ਹੋਏ ਹਾਂ, ਜਾਂ ਆਪਣਾ ਦੇਖਣ ਦਾ ਚੀਜ਼ਾਂ ਨੂੰ ਨਜ਼ਰੀਆ ਇਹ ਹੈ। ਸੜਕਾਂ ਜਾਮ ਹੋ ਰਹੀਆਂ ਨੇ, ਪੰਜਾਬ ਦੀਆਂ ਹੋ ਰਹੀਆਂ ਨੇ, ਗਾਲਾਂ ਕਿਸਾਨਾਂ ਨੂੰ ਪੈ ਰਹੀਆਂ ਨੇ, ਸਰਕਾਰ ਨੂੰ ਕੁਛ ਕੋਈ ਕਹਿੰਦਾ ਹੀ ਨਹੀਂਗਾ, ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ।
ਮੁੱਖ ਮੰਤਰੀ ਸਾਹਿਬ ਨੇ ਲੰਘੇ ਦਿਨਾਂ ਦੇ ਵਿੱਚ ਇੱਕ ਕੰਮ ਜ਼ਰੂਰ ਚੰਗਾ ਕੀਤਾ, ਉਹ ਆ DAP ਦਾ। ਉਸ ਬਾਬਤ ਉਹਨਾਂ ਨੇ ਜ਼ਰੂਰ ਅਪਰੋਚ ਕੀਤੀ ਹੈ ਕਿ ਭਾਈ DAP ਦਾ ਸੰਕਟ ਹੈ, ਔਰ ਉਹ ਸੰਕਟ ਹੈ ਵੀ ਹੈ। ਉਹ ਸੰਕਟ ਸਾਨੂੰ ਜਦੋਂ ਮੰਡੀਆਂ 'ਚ ਅਸੀਂ ਵਿਹਲੇ ਹੋਏ ਸਾਨੂੰ ਉਦੋਂ ਨਜ਼ਰ ਆਉਣਾ। ਔਰ ਜਦ ਸਾਡੇ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਕਹਿ ਰਹੇ ਨੇ ਤੁਸੀਂ ਆਪਸ਼ਨ ਤਲਾਸ਼ ਕਰੋ, ਮਤਲਬ ਉੱਥੇ ਵੀ ਤੁਹਾਨੂੰ ਸਰਕਾਰ ਕਿਤੇ ਲੜਦੀ ਝਗੜਦੀ ਕੋਈ ਮਾੜਾ ਮੋਟਾ ਇੱਕ ਦੋ ਚਿੱਠੀ ਪੱਤਰ ਤੱਕ ਨਜ਼ਰ ਆਊਗੀ, ਉਸ ਤੋਂ ਬਾਅਦ ਤੁਹਾਨੂੰ ਨਜ਼ਰ ਨਹੀਂ ਆਉਂਦੀ। ਤੇ ਜਿਹੜਾ ਇਸੇ ਦਰਮਿਆਨ ਸੰਕਟ ਇੱਕ ਪੈਦਾ ਹੋ ਰਿਹਾ ਉਹ ਹੈ ਧੂਏਂ ਦਾ। ਸਭ ਤੋਂ ਪਹਿਲੀ ਗੱਲ ਕਿ ਜਿਹੜੇ ਧੂਏਂ ਬਾਰੇ ਕਿਸਾਨ ਦੇ ਬਾਰੇ ਕਿਹਾ ਜਾਂਦਾ ਕਿ ਉਹ ਧੂਆਂ ਪੈਦਾ ਕਰਦਾ, ਇਹ ਸਾਨੂੰ ਕੈਲਕੂਲੇਸ਼ਨ ਕਰਨੀ ਪੈਣੀ ਹੈ ਕਿ ਦੂਜੀਆਂ ਇੰਡਸਟਰੀ ਜਿਹੜੀਆਂ ਨੇ ਉਹ ਕਿੰਨਾ ਧੂਆਂ ਪੈਦਾ ਕਰਦੀਆਂ ਨੇ, ਉਹਨਾਂ ਦੇ ਵਿੱਚੋਂ ਕਿੰਨਾ ਪ੍ਰਦੂਸ਼ਣ ਹੁੰਦਾ ਔਰ ਸਾਰਾ ਸਾਲ ਹੁੰਦਾ। ਅਸੀਂ ਵੀ ਇਹ ਗੱਲ ਕਰਦੇ ਹਾਂ ਇੱਕ ਕਿਸਾਨ ਦੇ ਤੌਰ ਤੇ ਜਾਂ ਇੱਕ ਸਮਾਜਿਕ ਦੇ ਵਿੱਚ ਵਿਚਰਨ ਵਾਲੇ ਵਿਅਕਤੀ ਦੇ ਤੌਰ ਤੇ ਕਿ ਇਹ ਪ੍ਰਦੂਸ਼ਣ ਪੈਦਾ ਕਰਨਾ ਕੋਈ ਵਡਿਆਈ ਨਹੀਂ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਕੋਈ ਚੰਗਾ ਕੰਮ ਹੈ, ਮਾਰਕੇਬਾਜ਼ੀ ਵਾਲਾ ਕੰਮ ਹੈ ਜਾਂ ਕੋਈ ਇਹ ਤਗਮੇ ਹਾਸਲ ਕਰਨ ਵਾਲਾ ਕੰਮ ਹੈ, ਕਿਉਂਕਿ ਉਹਦਾ ਕੋਈ ਹੋਰ ਹੱਲ ਨਹੀਂ ਹੈ। ਪਰਾਲੀ ਦਾ ਹੋਰ ਕੋਈ ਹੱਲ ਨਹੀਂ ਹੈ, ਇਸ ਕਰਕੇ ਕਿਸਾਨ ਨੂੰ ਉਹ ਕਰਨਾ ਪੈਂਦਾ। ਤੁਸੀਂ ਉਹਨੂੰ ਫਸਲੀ ਵਿਭਿੰਨਤਾ ਜਿਹੜੀ ਇੱਕ ਡਾਇਵਰਸੀਫਿਕੇਸ਼ਨ ਵੱਲ ਤੋਰ ਕੇ ਉਹ ਉਹਨਾਂ ਚੀਜ਼ਾਂ ਦੇ ਮੁੱਲ ਦੇ ਦਿਓ, ਉਹਨਾਂ ਨੂੰ ਚੱਕ ਲਓ ਤੇ ਉਹ ਤਾਂ ਉੱਧਰ ਹੋ ਜਾਊਗਾ। ਜਦੋਂ ਪੰਜਾਬ ਦੇ ਕਿਸਾਨ ਨੂੰ ਲੱਗਿਆ ਇਹਨੇ ਗੰਨਾ ਬੀਜਿਆ, ਇਹਨੇ ਆਲੂ ਬੀਜੇ, ਇਹਨੇ ਟਮਾਟਰ ਬੀਜੇ, ਇਹਨੇ ਸਟ੍ਰਾਬੇਰੀ ਬੀਜੀ, ਇਹਨੇ ਮੂੰਗੀ ਬੀਜੀ, ਇਹਨੇ ਮੱਕੀ ਬੀਜੀ, ਇਹਨੇ ਜਵਾਰ ਬਾਜਰੇ ਤੱਕ ਬੀਜੇ, ਜਿਹੜੀ ਚੀਜ਼ ਵਿਕਦੀ ਹੈ ਬੀਜ ਲੈਂਦਾ, ਉੱਧਰ ਨੂੰ ਹੋ ਜਾਊਗਾ ਸਾਲ 2 ਸਾਲਾਂ ਦੇ ਵਿੱਚ। ਨਾ ਤੁਹਾਡੀ ਪਰਾਲੀ ਦੀ ਪ੍ਰੋਬਲਮ ਰਹਿਣੀ ਹੈ, ਧੂਏਂ ਦੀ ਪ੍ਰੋਬਲਮ ਰਹਿਣੀ ਹੈ, ਨਾ ਤੁਹਾਡੀਆਂ ਮੰਡੀਆਂ ਦੇ ਵਿੱਚ ਝੋਨੇ ਦੇ ਅੰਬਾਰ ਲੱਗਣੇ ਆ, ਨਾ ਤੁਹਾਨੂੰ ਕਿਸੇ ਨੇ ਕਹਿਣਾ ਕਿ ਭਾਈ ਝੋਨਾ ਚੱਕੋ, ਨਾ ਧਰਨੇ ਵੱਜਣ ਤੇ ਨਾਲੇ ਪੰਜਾਬ ਦਾ ਕਿਸਾਨ ਸੌਖਾ ਨਾਲੇ ਤੁਸੀਂ ਸੌਖੇ। ਪਰ ਫਿਰ ਤੁਹਾਡੀ ਸਿਆਸਤ ਨਹੀਂ ਹੋਣੀ, ਫਿਰ ਤੁਹਾਡਾ ਜਿਹੜਾ ਪੰਜਾਬ ਨਾਲ ਕਾਣ ਆ ਉਹ ਨਹੀਂ ਚੱਲਣਾ ਜੇਕਰ ਇਹ ਮਸਲੇ ਹੱਲ ਹੋ ਗਏ। ਹੁਣ ਇਸ ਧੂਏਂ ਦੇ ਉੱਤੇ ਆਪਾਂ ਗੱਲ ਕਰੀਏ, ਇੱਕ ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਿਪੋਰਟ ਹੈ ਜਿਹੜੀ ਕਿ 30 ਅਕਤੂਬਰ 2020 ਨੂੰ ਪ੍ਰਕਾਸ਼ਿਤ ਹੋਈ ਸੀਗੀ। ਇਸ ਰਿਪੋਰਟ ਦੇ ਮੁਤਾਬਕ ਇਹਦੇ ਵਿੱਚ ਦੱਸਿਆ ਗਿਆ ਕਿ ਜੇਕਰ ਹਵਾ ਦੀ ਰਫ਼ਤਾਰ 5 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਹੋਵੇ ਤੇ ਹਵਾ ਵਗੇ ਉੱਤਰ ਪੱਛਮ ਜਾਂ ਸਿਰਫ ਪੱਛਮ ਵੱਲ, ਹੁਣ ਦਿਸ਼ਾਵਾਂ ਦਾ ਖਿਆਲ ਕਰ ਰਹੇ ਤੁਸੀਂ, 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲੇ ਤੇ ਵਗੇ ਵੀ ਉੱਤਰ ਪੱਛਮ ਤੋਂ ਜਾਂ ਕੱਲੀ ਪੱਛਮ ਵੱਲ ਨੂੰ, ਫਿਰ ਜਿਹੜਾ ਉਹ ਧੂਆਂ ਦਿੱਲੀ ਜਾ ਸਕਦਾ ਹੈ। ਨਹੀਂ ਤਾਂ ਪੰਜਾਬ ਦੇ ਵਿੱਚ ਉੱਠਦਾ ਧੂਆਂ 350, ਪੌਣੇ 400, 300 ਤੋਂ ਉੱਪਰ ਕਿਲੋਮੀਟਰ ਦੂਰ ਜਾ ਕੇ ਦਿੱਲੀ ਤੇ NCR ਦੇ ਵਿੱਚ ਕਦੇ ਵੀ ਹਵਾ ਪ੍ਰਦੂਸ਼ਣ ਨਹੀਂ ਫੈਲਾ ਸਕਦਾ। ਤੇ ਜਿਹੜੀ 2017, 18 ਤੇ 19 ਇਹਦੇ ਵਿੱਚ ਜਿਹੜੀ ਰਿਪੋਰਟ ਦੇ ਇਹਦੇ ਵਿੱਚ ਜਿਹੜਾ ਅੰਕਲਨ ਕੀਤਾ ਗਿਆ, ਉਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਇਹਨਾਂ 3 ਸਾਲਾਂ ਦੇ ਵਿੱਚ ਹਵਾ ਦੀ ਸਪੀਡ ਅਕਤੂਬਰ ਮਹੀਨੇ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਹੈ, ਨਵੰਬਰ ਤੇ ਦਸੰਬਰ, ਅਕਤੂਬਰ ਤੋਂ ਲੈ ਕੇ 16 ਦਸੰਬਰ ਤੱਕ ਤਕਰੀਬਨ 77 ਦਿਨ ਬਣਦੇ ਆ, ਜਿਨ੍ਹਾਂ ਦੇ ਵਿੱਚ ਕਦੇ ਵੀ ਪੰਜਾਬ ਦੇ ਵਿੱਚ ਹਵਾ ਉੱਤਰ ਪੱਛਮ ਜਾਂ ਕੱਲੇ ਪੱਛਮ ਵੱਲ ਨੂੰ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲੀ ਹੋਈ ਨਹੀਂ ਗੀ। 3 ਸਾਲਾਂ ਦੇ ਵਿੱਚ 77 ਦਿਨਾਂ ਦੇ ਵਿੱਚ ਪਹਿਲੀ ਵਾਰੀ ਇਹ ਮਾਮਲਾ ਸਾਹਮਣੇ ਆਇਆ ਸੀਗਾ ਕਿ ਜਦੋਂ ਅਕਤੂਬਰ 16 ਤੋਂ ਲੈ ਕੇ ਦਸੰਬਰ ਤੱਕ ਕੁਝ ਮਾਮਲਿਆਂ ਦੇ ਵਿੱਚ ਕੁਝ ਵਾਰੀ ਹਵਾ ਜਿਹੜੀ ਆ ਉਹ ਵਗੀ ਤੇ ਉਦੋਂ ਉਹ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਜ਼ਿਆਦਾ ਵਗੀ। ਉਹਦੇ ਉਹ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਦਾ ਰੁਖ ਸੀਗਾ 7 ਨਵੰਬਰ 2019 ਦੇ ਦਿਨ, ਪਰ ਉਦੋਂ ਹਵਾ ਦੀ ਦਿਸ਼ਾ ਦੱਖਣ ਪੂਰਬ ਵੱਲ ਸੀ, ਨਾ ਕਿ ਦਿੱਲੀ ਵੱਲ। ਜੇਕਰ ਦਿੱਲੀ ਸਾਡੇ ਪੰਜਾਬ ਦਾ ਧੂਆਂ ਤਾਂ ਜਾਂਦਾ, ਔਰ ਜਦੋਂ ਧੂਆਂ ਪੈਦਾ ਕਰਦਾ ਕਿਸਾਨ ਉਹ ਖੁਦ ਪਹਿਲਾਂ ਉਸ ਧੂਏਂ ਦੇ ਵਿੱਚ ਖੜਾ ਹੁੰਦਾ, ਉਹਦੇ ਬੱਚੇ ਵੀ ਉਸ ਧੂਏਂ ਦੇ ਵਿੱਚ ਨੇ, ਉਹਦੇ ਜਿਹੜੇ ਬਜ਼ੁਰਗਾਂ ਨੂੰ ਸਾਹ ਦੀ ਬਿਮਾਰੀ ਹੈ ਉਹ ਵੀ ਉਸੇ ਧੂਏਂ ਦੇ ਵਿੱਚ ਹੀ ਹੁੰਦੇ ਨੇ। ਔਰ ਅਸੀਂ ਵਾਰ-ਵਾਰ ਕਹਿੰਦੇ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਗਲਤ ਆ। ਸਮਾਜ ਦੇ ਵਿੱਚ ਜਿਉਣ ਦਾ ਅਧਿਕਾਰ ਸਾਰਿਆਂ ਨੂੰ ਹੈ, ਇਕੱਲੇ ਕਿਸਾਨ ਕਰਕੇ ਕਿਉਂ ਲੋਕ ਖੱਜਲ ਹੋਣ। ਔਰ ਇਕੱਲੀ ਹਵਾ ਨਹੀਂ, ਧੂਏਂ ਕਰਕੇ ਕਈ ਵਾਰੀ ਰੋਡ ਐਕਸੀਡੈਂਟ ਵੀ ਵਾਪਰ ਜਾਂਦੇ, ਸੜਕ ਹਾਦਸੇ ਵੀ ਵਾਪਰ ਜਾਂਦੇ ਆ। ਇੱਕ ਵਾਰੀ ਮੈਨੂੰ ਯਾਦ ਹੈ ਕਿਸੇ ਨੇ ਅੱਗ ਲਾਈ ਸੀ ਤੇ ਉਹ ਅੱਗ ਜਿਹੜੀ ਸੜਕ ਤੱਕ ਫੈਲ ਗਈ, ਧੂਆਂ ਹੋ ਗਿਆ। ਸਕੂਲੀ ਬੱਚਿਆਂ ਦੀ ਇੱਕ ਬੱਸ ਜਿਹੜੀ ਉਹ ਧੂਏਂ ਕਰਕੇ ਇੱਕ ਦਰਖਤ ਦੇ ਨਾਲ ਜਾ ਟਕਰਾਈ, ਔਰ ਬੱਸ ਉਹ ਮਾੜੀ ਕਿਸਮਤ ਉਸ ਪਾਸੇ ਨੂੰ ਹੀ ਲੈ ਗਈ ਜਿਹੜੇ ਪਾਸੇ ਨੂੰ ਅੱਗ ਚੱਲ ਰਹੀ ਸੀ। ਉਹ ਤਾਂ ਚਲੋ ਅੱਗ ਉਦੋਂ ਨੂੰ ਬੁੱਝ ਚੁੱਕੀ ਸੀ, ਪਰ ਬੱਚੇ ਉਦੋਂ ਤੱਕ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਸੀ ਉਹਦੇ ਚੋਂ ਕਈਆਂ ਦੀ, ਕਿਉਂਕਿ ਧੂਆਂ ਸੀ, ਸੇਕ ਸੀ। ਬੱਚੇ ਕਿੰਨੇ ਕੋਮਲ ਹੁੰਦੇ ਨੇ, ਆਮ ਇਨਸਾਨ ਦਾ ਬੁਰਾ ਹਾਲ ਹੋ ਜਾਂਦਾ ਜੇਕਰ ਉਹ ਧੂਏਂ ਵਿੱਚੋਂ ਲੰਘ ਜਾਵੇ, ਤੇ ਉਹ ਤਾਂ ਫਿਰ ਬੱਚੇ ਸੀਗੇ। ਉਹਦੇ ਫਿਰ ਪੰਜਾਬੀਆਂ ਨੂੰ ਬਹੁਤ ਜ਼ਿਆਦਾ, ਕਿਸਾਨਾਂ ਨੂੰ, ਉਹਨਾਂ ਨੇ ਆਪਣੇ ਤੌਰ ਤੇ ਇਸ ਗੱਲ ਨੂੰ ਮੰਥਨ ਕੀਤਾ ਕਿ ਘੱਟੋ ਘੱਟ ਅਸੀਂ ਸੜਕ ਤੇ ਲੱਗੇ ਰੁੱਖ, ਉੱਥੋਂ ਲੰਘ ਰਹੇ ਜਿਹੜੇ ਲੋਕ ਨੇ, ਘੱਟੋ ਘੱਟ ਉਹਨਾਂ ਦਾ ਖਿਆਲ ਤਾਂ ਕਰ ਲਗੇ। ਚਲੋ ਖੈਰ, ਹੁਣ ਜਿਹੜੇ ਮੌਸਮ ਵਿਭਾਗ ਦੇ ਨਾਲ ਜੁੜੇ ਡਾਕਟਰ ਪ੍ਰਭਜੋਤ ਕੌਰ ਨੇ, ਉਹ ਕਹਿੰਦੇ ਕਿ 2017, 18 ਤੇ 19 ਦੇ ਆંકੜਿਆਂ ਦੇ ਆਧਾਰ ਤੇ ਅਸੀਂ ਇਹ ਸਟੱਡੀ ਤਿਆਰ ਕੀਤੀ ਆ, ਤੇ
ਪੰਜਾਬ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਅਕਤੂਬਰ ਦੇ ਵਿੱਚ ਝੋਨੇ ਦੀ ਪਰਾਲੀ ਸੜਨ ਦਾ ਕਰਕੇ ਉੱਠਣ ਵਾਲਾ ਧੂੰਆਂ ਦਿੱਲੀ ਨਹੀਂ ਪਹੁੰਚ ਸਕਦਾ। ਇਹ ਜਿਹੜਾ ਵਿਗਿਆਨਕ ਸਟੱਡੀ ਦੇ ਵਿੱਚ ਇਹ ਚੀਜ਼ਾਂ ਸਾਫ਼ ਹੁੰਦੀਆਂ ਨੇ। ਇਹਨਾਂ ਨੇ 77 ਦਿਨਾਂ ਤੱਕ ਇਹ ਅਧਿਐਨ ਕੀਤਾ, ਪੂਰੇ 3 ਸਾਲ, ਤੇ ਉਦੋਂ ਇਹਨਾਂ ਨੇ ਤਾਂ ਕੀਤਾ ਕਿਉਂਕਿ ਜੇ ਇਹਨਾਂ ਦਾ ਤੁਕ ਸੀਗੀ, ਇਹਨਾਂ ਦਾ ਤਰਕ ਸੀਗਾ, ਇਹਨਾਂ ਦਾ ਲੌਜਿਕ ਸੀਗਾ ਕਿ ਜੇਕਰ ਹਵਾ ਵਗੇ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਜ਼ਿਆਦਾ ਤੇ ਵਗੇ ਵੀ ਲਗਾਤਾਰ ਉੱਤਰ ਪੱਛਮ ਜਾਂ ਪੱਛਮ ਵੱਲ, ਫਿਰ ਪੰਜਾਬ ਦਾ ਧੂੰਆਂ ਵਗ ਜਾਂ ਦਿੱਲੀ ਜਾ ਸਕਦਾ। ਪਰ ਕਿਉਂਕਿ ਹਵਾ 3 ਸਾਲਾਂ ਦੇ ਵਿੱਚ ਸਿਰਫ 7 ਨਵੰਬਰ 2019 ਨੂੰ ਪਹਿਲੀ ਵਾਰੀ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲੀ ਸੀ, ਉਦੋਂ ਹਵਾ ਦੀ ਦਿਸ਼ਾ ਦੱਖਣ ਪੂਰਬ ਵੱਲ ਸੀ, ਦਿਸ਼ਾ ਉਦੋਂ ਵੀ ਦਿੱਲੀ ਵੱਲ ਨਹੀਂ ਸੀਗੀ। ਸੋ ਇਸ ਕਰਕੇ ਇਹ ਤੱਥ ਤੇ ਆંકੜੇ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਸੀ, ਕਿਉਂਕਿ ਹਮੇਸ਼ਾ ਇਹ ਕਿਹਾ ਜਾਂਦਾ ਕਿ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਜ਼ਿਆਦਾ, ਤੇ ਉਹਦੇ ਲਈ ਪੰਜਾਬ ਜਿਹੜਾ ਪੰਜਾਬ ਜਿਹੜਾ ਉਹ ਜ਼ਿੰਮੇਵਾਰ ਹੈ। ਏਅਰ ਕੁਆਲਿਟੀ ਇੰਡੈਕਸ ਜੇਕਰ ਤੁਸੀਂ ਅੱਜ ਵੀ ਦਿੱਲੀ ਦਾ ਚੱਕੋਗੇ ਤਾਂ ਤੁਹਾਨੂੰ ਉਹ 400 ਤੋਂ ਪਾਰ ਨਜ਼ਰ ਆਉਣਾ। ਪੰਜਾਬ ਦੇ ਕਿਸੇ ਵੀ ਜਿਹੜਾ ਸ਼ਹਿਰ ਹੈ ਉਹਦਾ ਇੰਡੈਕਸ ਤੁਹਾਨੂੰ ਅੱਜ ਉਸ ਤੋਂ ਪਾਰ ਨਹੀਂ ਨਜ਼ਰ ਆਉਣਾ। ਸੋ ਇਸ ਕਰਕੇ ਬਹੁਤ ਜਿਹੜਾ ਉਹਨੂੰ ਹਮੇਸ਼ਾ ਅਸੀਂ ਜ਼ਿੰਮੇਵਾਰ ਕਰਾਰ ਦਿੱਤੇ ਜਾਂਦੇ ਹਾਂ ਬਿਨਾਂ ਕਿਸੇ ਗੱਲ ਦੇ, ਬਿਨਾਂ ਕਿਸੇ ਲੌਜਿਕ ਦੇ, ਜਦ ਕਿ ਪੰਜਾਬੀਆਂ ਨੂੰ ਜਦੋਂ ਉਹਨਾਂ ਦੇ ਉੱਤੇ ਇਹ ਦੋਸ਼ ਲੱਗਦਾ ਤਾਂ ਉਹਨਾਂ ਨੂੰ ਇਹ ਲੌਜਿਕ ਜਿਹੜਾ ਹਮੇਸ਼ਾ ਖਿਆਲ ਦੇ ਵਿੱਚ ਰੱਖਣਾ ਚਾਹੀਦਾ ਹੈ। ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ।